ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਹਾਲ ਪੰਜਾਬ ਦੇ ਵਿੱਚ। ਇਸ ਪ੍ਰੋਗਰਾਮ 'ਚ ਅਸੀਂ ਚਰਚਾ ਕਰਦੇ ਹਾਂ ਪੰਜਾਬ ਦੇ ਅਹਿਮ ਮੁੱਦਿਆਂ 'ਤੇ, ਜਿਹੜੇ ਮੁੱਦੇ ਪੰਜਾਬ ਦੇ ਆਮ ਲੋਕਾਂ ਨੂੰ, ਪੰਜਾਬ ਦੇ ਆਮ ਨਾਗਰਿਕਾਂ ਨੂੰ, ਆਮ ਵਸਨੀਕਾਂ ਨੂੰ ਪ੍ਰਭਾਵਿਤ ਕਰਦੇ ਆ ਕਿਸੇ ਵੀ ਤਰੀਕੇ, ਅਤੇ ਉਹਨਾਂ ਦੀ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਜੁੜੇ ਹੁੰਦੇ ਆ। ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਧਰਮ ਪਰਿਵਰਤਨ ਦੀ। ਜਿਹੜੀ ਕਨਵਰਜਨ ਹੈ ਇਹ ਅੱਜ ਦੀ ਨਹੀਂ ਹੈ, ਸਦੀਆਂ ਪੁਰਾਣੀ ਹੈ, ਔਰ ਵਿਸ਼ਵ ਦੇ ਹਰ ਕੋਨੇ ਦੇ ਵਿੱਚ ਹੁੰਦੀ ਹੈ ਕਨਵਰਜਨ। ਕਿਸੇ ਨੂੰ ਵੀ ਲੱਗਦਾ ਕਿ ਮੈਂ ਇਸ ਧਰਮ ਦੇ ਵਿੱਚ ਜਾ ਸਕਦਾ ਅਤੇ ਮੈਨੂੰ ਇਸ ਧਰਮ ਦੇ ਵਿੱਚ ਜਾਣਾ ਚਾਹੀਦਾ, ਉਹਨਾਂ ਲਈ ਫਰੀਡਮ ਹੁੰਦੀ ਆ ਔਰ ਲੋਕ ਧਰਮ ਪਰਿਵਰਤਨ ਕਰਦੇ ਆ ਆਪਦਾ। ਪਰ ਪੰਜਾਬ ਦੇ ਵਿੱਚ ਇਹ ਮਸਲਾ ਕਿਉਂ ਬਣਿਆ ਹੋਇਆ ਔਰ ਕਿਹੜੀ ਚਰਚਾ ਹੋ ਰਹੀ ਹੈ ਪੰਜਾਬ ਦੇ ਵਿੱਚ, ਔਰ ਇਸ ਮਸਲੇ ਨੂੰ ਲੈ ਕੇ ਬਾਕੀ ਮਸਲੇ ਕਿਉਂ ਪਾਸੇ ਕੀਤੇ ਜਾ ਰਹੇ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਲਈ ਮੌਜੂਦ ਨੇ ਸੱਜਣ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪਰਮਿੰਦਰ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਕਾਂਗਰਸ ਤੋਂ ਨੇ ਜੀ ਜਸਪ੍ਰੀਤ ਜੀ, ਸਵਾਗਤ ਹੈ ਕਾਂਗਰਸ ਤੋਂ ਜੀ ਜਸਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਜੀ। ਕੁਲਦੀਪ ਧਾਲੀਵਾਲ ਜੀ ਜੁੜਨਗੇ ਸਾਡੇ ਨਾਲ ਬੀਜੇਪੀ ਤੋਂ। ਅਤੇ ਆਪਾਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਇਸੇ ਗੱਲ ਤੋਂ। ਸੱਜਣ ਸਿੰਘ ਜੀ, ਮੈਂ ਜਾਣਨਾ ਚਾਹੂੰਗਾ ਕਿ ਇਹ ਮਾਮਲਾ ਹੈ ਕਿ ਜਿਸ ਮਾਮਲੇ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤੂਲ ਦਿੱਤਾ ਜਾ ਰਿਹਾ। ਦੇਖੋ ਜੀ, ਮੈਂ ਕਹਿਣਾ ਚਾਹਾਂਗਾ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਜਿਵੇਂ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਧਰਮ ਪਰਿਵਰਤਨ ਬੜੇ ਸਮਿਆਂ ਤੋਂ, ਬਹੁਤ ਦੇਰ ਤੋਂ ਆਪਣੀ ਸਹੂਲਤ ਦੇ ਮੁਤਾਬਕ ਹੁੰਦੇ ਆ ਰਹੇ ਨੇ ਅਤੇ ਲੋਕ ਬੈਟਰਮੈਂਟ ਸਾਈਡ ਜਾਂਦੇ ਨੇ। ਲੋਕਾਂ ਨੂੰ ਇਹ ਲੱਗਦਾ ਹੈ ਕਿ ਮੇਰੇ ਲਈ ਇਹ ਧਰਮ ਵਧੀਆ ਹੈ, ਜਾਂ ਇਸ ਧਰਮ ਦੇ ਵਿੱਚ ਚੰਗੀਆਂ ਸਹੂਲਤਾਂ ਨੇ, ਜਾਂ ਇਹ ਧਰਮ ਮੈਨੂੰ ਅਧਿਆਤਮਿਕ ਤੌਰ ਦੇ ਉੱਤੇ ਬੜੀ ਵੱਡੀ ਸ਼ਾਂਤੀ ਦਿੰਦਾ ਹੈ, ਜਾਂ ਮੇਰੇ ਮਸਲਿਆਂ ਦੀ ਹੱਲ ਕਰਨ ਦੇ ਲਈ ਸਹਾਈ ਹੋਏਗਾ। ਪਹਿਲੀ ਤਾਂ ਗੱਲ, ਮੈਂ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ। ਮੈਨੂੰ ਸ਼ਾਇਦ ਸਾਲ ਤੋਂ ਪਹਿਲਾਂ ਹੀ, ਜਨਮ ਤੋਂ ਇਮੀਡੀਏਟ ਬਾਅਦ ਹੀ ਮੈਨੂੰ ਮੇਰੇ ਮਾਂ-ਬਾਪ ਕਿੱਥੇ ਲੈ ਕੇ ਗਏ? ਗੁਰਦੁਆਰਾ ਸਾਹਿਬ ਜੀ। ਮੈਨੂੰ ਕੋਈ ਮੰਦਰ ਜਾਂ ਮਸਜਿਦ ਨਹੀਂ ਲੈ ਕੇ ਗਿਆ ਜੀ। ਮੈਨੂੰ ਉਹਨਾਂ ਪਰੰਪਰਾ ਜੀ। ਲੇਕਿਨ ਅੱਜ ਦੀ ਜਿਹੜੀ ਸਥਿਤੀ ਹੈ, ਇਹ 2-3 ਮੁੱਦਿਆਂ ਦੇ ਉੱਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਮੰਗਦੀ ਹੈ। 2 ਕਿਸਮ ਦਾ ਧਰਮ ਪਰਿਵਰਤਨ ਹੁੰਦਾ ਹੈ। ਇੱਕ ਤਾਂ ਸਵੈ ਇੱਛਾ ਦੇ ਨਾਲ ਹੁੰਦਾ। ਲੋਕਾਂ ਨੂੰ ਲੱਗਦਾ ਹੈ ਕਿ ਜੇ ਇਸ ਧਰਮ 'ਚੋਂ ਮੈਂ ਇਸ ਧਰਮ ਦੇ ਵਿੱਚ ਜਾਵਾਂ ਤਾਂ ਮੇਰੀਆਂ ਇਹ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਕ੍ਰਿਸਚੈਨਿਟੀ ਨੇ ਕੀਤਾ। ਉਹਨਾਂ ਨੇ ਐਜੂਕੇਸ਼ਨ ਔਰ ਹੈਲਥ ਨੂੰ, ਜਿਹੜੀਆਂ ਕਿ ਸਾਡੀਆਂ ਸਰਕਾਰਾਂ ਦਾ ਮੁੱਦਾ ਹੈ, ਉਹਦੀ ਆੜ ਲੈ ਕੇ ਕਈ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੈ ਅਤੇ ਲੋਕ ਉਸ ਪਾਸੇ ਵੱਲ ਨੂੰ ਖਿੱਚੇ ਗਏ ਨੇ। ਦੂਸਰਾ ਹੈ ਕਿ ਇਨਸਾਨ ਆਪਣੀ ਇੱਕ ਤਾਂ ਇੱਛਾ ਦੇ ਨਾਲ ਜਾਂਦਾ, ਦੂਸਰਾ ਜਾਂਦਾ ਹੈ ਕਿ ਉਹਨੂੰ ਅਲੋਰਮੈਂਟ ਦਿੱਤੀ ਜਾਂਦੀ ਕੋਈ ਨਾ ਕੋਈ, ਉਹਨੂੰ ਇਸ ਤਰ੍ਹਾਂ ਦੇ ਦਿਲ ਲੁਭਾਊ ਸਟੈਪ ਲਏ ਜਾਂਦੇ ਨੇ ਕਿ ਲੋਕ ਉਸ ਧਰਮ ਵੱਲ ਨੂੰ ਖਿੱਚੇ ਜਾਣ। ਉਹਨਾਂ ਨੂੰ ਕਈ ਵਾਰ ਉਹਦੇ ਵਿੱਚ ਜ਼ਿਆਦਾ ਗੁੰਮਰਾਹ ਵੀ ਕੀਤਾ ਜਾਂਦਾ ਹੈ। ਉਹ ਜਿਹੜੀ ਪੋਜੀਸ਼ਨ ਬਣਦੀ ਹੈ ਉਹ ਖਤਰਨਾਕ ਹੈ। ਉਹਦੇ ਵਿੱਚ ਆ ਕੇ ਲੋਕ ਕਈ ਵਾਰ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦੇ ਨੇ। ਦੁਨੀਆ ਦੇ ਬਹੁਤ ਸਾਰੇ ਕੋਨੇ ਆ ਜਿਹਦੇ ਵਿੱਚ ਲੋਕਾਂ ਨੇ ਸਿੱਖੀ ਧਰਮ ਨੂੰ ਅਡੋਪਟ ਕੀਤਾ। ਸਾਨੂੰ ਖੁਸ਼ੀ ਹੁੰਦੀ ਹੈ ਕਿ ਉਹ ਲੋਕ ਸਾਡੇ ਧਰਮ 'ਚ ਆਏ ਨੇ। ਪਰ ਵਾਈਸ ਵਰਸਾ, ਜਦੋਂ ਸਿੱਖ ਧਰਮ ਦੇ ਵਿੱਚੋਂ ਦੂਸਰੇ ਧਰਮਾਂ ਦੇ ਵਿੱਚ ਕੋਈ ਕਨਵਰਟ ਹੁੰਦਾ, ਖਾਸ ਕਰਕੇ ਕ੍ਰਿਸਚੈਨਿਟੀ ਹੈ, ਜਾਂ ਬਹੁਤ ਸਾਰਾ ਹੁਣ ਡੇਰਾਵਾਦ ਐਸਾ ਹੋ ਗਿਆ ਹੈ ਜਿਨ੍ਹਾਂ ਦਾ ਸ਼ਾਇਦ ਲੋਕਾਂ ਦੇ ਬੇਸਿਕ ਮਾਨਸਿਕਤਾ ਨੂੰ ਸਮਝ ਕੇ ਉਹਨਾਂ ਨੇ ਕੋਈ ਨਾ ਕੋਈ ਦੂਸਰੇ ਰਸਤੇ ਅਡੋਪਟ ਕਰ ਲੈਣੇ ਜੀ। ਸੋ ਇਹ ਦੋਨਾਂ ਚੀਜ਼ਾਂ ਨੂੰ ਵੱਖ ਕਰਕੇ ਦੇਖਣ ਦੀ ਜ਼ਰੂਰਤ ਹੈ। ਲੇਕਿਨ ਚਿੰਤਾ ਦਾ ਵਿਸ਼ਾ ਇਸ ਕਰਕੇ ਹੈ, ਇਸ ਵੇਲੇ ਕੁਝ ਸਪੀਡ ਫੜ ਗਿਆ ਪਿਛਲੇ ਕੁਝ ਸਮੇਂ ਤੋਂ। ਅੰਦਰੂਨੀ ਇਸ ਤਰ੍ਹਾਂ ਦੇ ਸਟੈਪਸ ਲਏ ਗਏ ਨੇ ਪਿਛਲੇ ਕੁਝ ਸਮਿਆਂ ਦੇ ਵਿੱਚ, ਜਿਹਦੇ ਵਿੱਚੋਂ ਮੈਂ ਸਮਝਦਾ ਕਿ ਸਿੱਖ ਧਰਮ ਦੇ ਵਿੱਚੋਂ ਸ਼ਾਇਦ ਕੁਝ ਲੋਕਾਂ ਨੇ ਜ਼ਿਆਦਾ ਕ੍ਰਿਸਚੈਨਿਟੀ ਵੱਲ ਨੂੰ ਝੁਕਾਅ ਹੋਇਆ, ਜਾਂ ਕੁਝ ਹੋਰ ਧਰਮਾਂ ਦੇ ਵਿੱਚ ਵੀ ਗਏ ਹੋਣਗੇ। ਲੇਕਿਨ ਇਹ ਸਾਡੀ ਜਿਹੜੀ ਇਸ ਵੇਲੇ ਮੰਦਹਾਲੀ ਚੱਲ ਰਹੀ ਹੈ, ਲੋਕਾਂ ਦੀ ਆਰਥਿਕ ਮੰਦਹਾਲੀ ਚੱਲ ਰਹੀ ਹੈ, ਗਰੀਬ ਮਾਨਸਿਕਤਾ ਚੱਲ ਰਹੀ ਹੈ,
ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਦਾ ਹੱਲ ਨਹੀਂ ਲੱਭ ਰਿਹਾ, ਉਹਨੂੰ ਲੱਭਣ ਦੇ ਲਈ ਮੇਰੇ ਕੋਲ ਇੱਕ ਦੋ ਇਸ ਤਰ੍ਹਾਂ ਐਗਜ਼ਾਮਪਲਸ ਨੇ, ਮੈਂ ਜ਼ਿਆਦਾ ਨਹੀਂ ਉਹਨਾਂ ਨੂੰ ਕੋਟ ਕਰਨਾ ਚਾਹੁੰਦਾ। ਲੋਕ ਆਪਣੀ ਆਰਥ ਤੰਗੀ ਨੂੰ ਓਵਰਪਾਵਰ ਕਰਨ ਦੇ ਲਈ ਉਹਨਾਂ ਨੇ ਦੂਸਰੇ ਧਰਮ ਦਾ ਸਹਾਰਾ ਲਿਆ। ਉਹਨਾਂ ਨੂੰ ਕੁਛ ਇਸ ਤਰ੍ਹਾਂ ਦੀਆਂ ਸਹੂਲਤਾਂ ਪਾਸ ਹੋਣ ਹੋਈਆਂ ਜਿਹਦੇ ਕਰਕੇ ਉਹ ਦੂਸਰੇ ਧਰਮ ਵੱਲ ਖਿੱਚੇ ਗਏ ਜੀ। ਸੋ ਇਹਦੇ ਵਿੱਚ ਮੈਂ ਸਮਝਦਾ ਕਿ ਮੈਂ ਦੂਸਰੇ ਨੂੰ ਨਹੀਂ ਗੱਲ ਕਰਦਾ, ਮੈਂ ਤਾਂ ਆਪਣੇ ਧਰਮ ਬਾਰੇ ਅਗਰ ਗੱਲ ਕਰਾਂਗਾ ਤੇ ਸਿੱਖ ਸੰਸਥਾਵਾਂ ਦੇ ਲਈ, ਸਿੱਖ ਪ੍ਰਚਾਰਕਾਂ ਦੇ ਲਈ, ਬੁੱਧੀਜੀਵੀ ਸਿੱਖਾਂ ਦੇ ਲਈ ਜਿਹੜੇ ਸਮਾਜ ਪ੍ਰਤੀ ਚਿੰਤਤ ਨੇ, ਆਪਣੇ ਧਰਮ ਪ੍ਰਤੀ ਚਿੰਤਤ ਨੇ, ਉਹਨਾਂ ਨੂੰ ਇਹਦੇ ਉੱਤੇ ਸਾਰੇ ਪੱਖਾਂ ਤੋਂ ਘੋਖ ਕੇ ਗੱਲ ਕਰਨ ਦੀ ਜ਼ਰੂਰਤ ਹੈ, ਸਮਝਣ ਦੀ ਜ਼ਰੂਰਤ ਹੈ। ਇਹ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਇਸ ਵੇਲੇ। ਜੀ ਪਰਮਿੰਦਰ ਜੀ, ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਗੱਲਬਾਤ ਸੱਜਣ ਸਿੰਘ ਜੀ ਨੇ ਕੀਤੀ, ਉਹਨਾਂ ਨੇ ਦੱਸਿਆ ਕਿ ਇਹ ਚਿੰਤਾ ਦਾ ਵਿਸ਼ਾ ਕਿਵੇਂ ਬਣਿਆ ਹੋਇਆ, ਤੇ ਤੁਹਾਡਾ ਕੀ ਮੰਨਣਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ ਜਾਂ ਫਿਰ ਰਾਜਨੀਤਿਕ ਮਸਲਾ ਬਣਾਇਆ ਜਾ ਰਿਹਾ? ਜੀ ਪਰਮਿੰਦਰ ਜੀ। ਸੱਜਣ ਸਿੰਘ ਜੀ ਨੇ ਧਰਮ ਦੀ ਗੱਲ ਕੀਤੀ, ਇੱਕ ਇਕੱਲਾ ਸਿੱਖ ਧਰਮ ਹੀ ਹੈ ਜਿਹਦੇ ਵਿੱਚੋਂ ਲੋਕੀ ਸਾਡੇ ਜਥੇਦਾਰ ਸਾਹਿਬ ਨੂੰ ਪਾਵਰ ਹੈ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਜੇਕਰ ਕੋਈ ਕੁਰੈਤ ਕਰੇ, ਕਿਸੇ ਤਰ੍ਹਾਂ ਦੀ ਉਹਦੇ ਜੀਵਨ ਦੇ ਵਿੱਚ ਕਮੀ ਹੋਵੇ ਜਾਂ ਉਹ ਪੰਥਕ ਰਾਹ ਰੀਤਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਬਸਰ ਨਾ ਕਰੇ, ਤੇ ਉਹਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ, ਉਹਨੂੰ ਧਰਮ ਵਿੱਚੋਂ ਕੱਢ ਦਿੱਤਾ ਜਾਂਦਾ। ਇਹ ਕੇਵਲ ਤੇ ਕੇਵਲ ਪਾਵਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ। ਤੇ ਲੇਕਿਨ ਜਿੱਥੇ ਅਸੀਂ ਸਿੱਖਾਂ ਨੂੰ ਆਪਣੇ ਧਰਮ ਦੇ ਵਿੱਚੋਂ ਕਮੀਆਂ ਕਰਕੇ ਆਪ ਕੱਢ ਦਿੰਦੇ ਆ, ਅੱਜ ਅਸੀਂ ਚਿੰਤਾ ਦੀ ਗੱਲ ਕਰ ਰਹੇ ਹਾਂ ਵੀ ਸਾਡੇ ਧਰਮ ਦੇ ਵਿੱਚ ਲੋਕਾਂ ਨੂੰ ਸਾਡਾ ਧਰਮ ਕਿਉਂ ਤਬਦੀਲ ਕਰਵਾਇਆ ਜਾ ਰਿਹਾ। ਚਿੰਤਾ ਦਾ ਇਹ ਸਬਬ ਹੈ, ਧਰਮ ਕੋਈ ਛੱਡ ਜਾਵੇ, ਆਪਣੀ ਇੱਛਾ ਨਾਲ ਛੱਡ ਜਾਵੇ, ਇਹਦੇ ਤੋਂ ਕੋਈ ਕਿੰਤੂ ਪਰੰਤੂ ਨਹੀਂ। ਲੇਕਿਨ ਜਿਹੜੇ ਲੋਕ ਧਰਮ ਛੱਡ ਰਹੇ ਨੇ, ਉਹਨਾਂ ਨੂੰ ਲਾਲਚ ਅਧੀਨ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਉਹਦਾ ਨਜਾਇਜ਼ ਫਾਇਦਾ ਚੁੱਕ ਕੇ ਉਹਨਾਂ ਦੇ ਆਰਥਿਕ ਹਾਲਾਤ ਪਹਿਲਾਂ ਅਜਿਹੇ ਬਣਾਏ ਜਾਂਦੇ ਨੇ ਉਸ ਇਲਾਕੇ ਦੇ ਵਿੱਚ, ਤਾਂ ਜੋ ਉਹ ਲੋਕਾਂ ਨੂੰ ਧਰਮ ਛੱਡਣ ਲਈ ਮਜਬੂਰ ਕਰ ਦਿੱਤਾ ਜਾਵੇ। ਔਰ ਉਹਦੇ ਵਿੱਚ ਉਹਨਾਂ ਨੂੰ ਕਈ ਤਰੀਕੇ ਦੇ ਨਾਲ ਬਹਿਕਾਵੇ ਦਿੱਤੇ ਜਾਂਦੇ ਨੇ। ਜਿਵੇਂ ਕੋਈ ਤੁਸੀਂ ਦੇਖ ਰਹੇ ਹੋ ਪਿਛਲੇ ਦਿਨ ਤੋਂ ਜੋ ਚੱਲ ਰਿਹਾ, ਕੋਈ ਬੰਦਾ ਬਿਮਾਰ ਹੁੰਦਾ ਤੇ ਉਹਨੂੰ ਕਿਹਾ ਜਾਂਦਾ ਵੀ ਤੇਰਾ ਇਲਾਜ ਇੱਥੇ ਕਰ ਦਿੱਤਾ ਜਾਵੇਗਾ, ਇੱਥੇ ਪ੍ਰੇਅਰ ਦੇ ਨਾਲ ਤੈਨੂੰ ਠੀਕ ਕੀਤਾ ਜਾ ਸਕਦਾ। ਇਹ ਜਿਹੜੀਆਂ ਮੈਜੀਕਲ ਨਾਲ ਜੁੜੀਆਂ ਚੀਜ਼ਾਂ ਨੇ, ਜਿਹਦੇ ਪ੍ਰਤੀ ਦੇਸ਼ ਦੇ ਵਿੱਚ ਕਾਨੂੰਨ ਵੀ ਬਣਿਆ ਵੀ ਜਿਹੜਾ ਜਾਦੂ ਟੋਣੇ ਦਾ ਸਹਾਰਾ ਲੈ ਕੇ ਕੋਈ ਅਜਿਹੇ ਅਲਿਓਰਮੈਂਟ ਕਰਕੇ ਕੋਈ ਕਿਸੇ ਨੂੰ ਬਹਿਕਾਵੇ 'ਚ ਨਹੀਂ ਲੈ ਸਕਦਾ। ਇੱਥੇ ਸਰਕਾਰਾਂ ਦੀ ਬੜੇ ਵੱਡੇ ਪੱਧਰ ਤੇ ਡਿਊਟੀ ਬਣਦੀ ਸੀ ਵੀ ਜਿਹੜੇ ਲੋਕ ਆਪਣੇ ਚੈਨਲਾਂ ਦੇ ਰਾਹੀਂ, ਮੀਡੀਆ ਦੇ ਰਾਹੀਂ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਨੇ, ਉਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ। ਲੇਕਿਨ ਸਰਕਾਰ ਨੇ ਉਹਨਾਂ ਨੂੰ ਰੋਕਣ ਦੀ ਬਜਾਏ ਜਦੋਂ ਗੱਲ ਸਿੱਖਾਂ ਦੇ ਪ੍ਰਤੀ ਆ ਜਾਂਦੀ ਹੈ, ਦੇਸ਼ 'ਚ ਘੱਟ ਗਿਣਤੀਆਂ ਦੇ ਪ੍ਰਤੀ ਆ ਜਾਂਦੀ ਹੈ, ਤੇ ਉਹਨਾਂ ਲੋਕਾਂ ਨੂੰ ਹੋਰ ਸ਼ਹਿ ਦਿੱਤੀ ਜਾਂਦੀ ਹੈ। ਤੇ ਉਹ ਸ਼ਹਿ ਦੇ ਅਧੀਨ ਹੀ ਉਹ ਜਿਹੜੀਆਂ ਨਿੱਕੀਆਂ ਦੁਕਾਨਾਂ ਸੀਗੀਆਂ ਅੱਜ ਵੱਡੇ ਅਦਾਰੇ ਬਣ ਕੇ ਡੇਰਾਵਾਦ ਦੇ ਵਿੱਚ ਕਨਵਰਟ ਹੋ ਗਏ। ਤੇ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਪਹਿਲਾਂ ਲਾਲਚ ਦੇ ਕੇ ਕਈਆਂ ਇਲਾਕਿਆਂ ਦੇ ਵਿੱਚ ਜਬਰੀ ਤੌਰ ਤੇ ਉਹਨਾਂ ਦਾ ਧਰਮ ਤਬਦੀਲੀ ਕਰਾਉਣ ਦੀ ਕੋਸ਼ਿਸ਼ ਕੀਤੀ, ਔਰ ਕਈਆਂ ਇਲਾਕਿਆਂ ਦੇ ਵਿੱਚ ਉਹ ਕਾਮਯਾਬ ਵੀ ਹੋਏ ਔਰ ਵੱਡੇ ਪੱਧਰ ਤੇ, ਔਰ ਇਹ ਧਰਮ ਪਰਿਵਰਤਨ ਹੋਇਆ ਵੀ, ਜਿਹਦੇ ਖਿਲਾਫ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਮੁੱਚੀਆਂ ਸਿੱਖ ਸੰਸਥਾਵਾਂ ਤੇ ਆਮ ਸਿੱਖ ਚਿੰਤਾ ਦੇ ਵਿੱਚ ਨੇ। ਇਹਦੇ ਵਾਸਤੇ ਅਸੀਂ ਪਿਛਲੇ ਦਿਨ ਗੱਲ ਕੀਤੀ ਸੀ, ਜਿੱਥੋਂ ਤੱਕ ਸਵਾਲ ਹੈਗਾ ਆਰਥਿਕਤਾ ਦਾ, ਉਹਦੇ ਵਾਸਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨੂੰ ਹੇਠਲੇ ਪੱਧਰ ਤੱਕ ਲਾਗੂ ਕੀਤਾ ਜਾਣਾ ਚਾਹੀਦਾ। ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਵੀ ਬੇਨਤੀ ਕੀਤੀ ਸੀ ਵੀ ਹੁਣ ਸਿੱਖਾਂ ਦਾ ਜਿਹੜੇ ਪ੍ਰਚਾਰ ਤੇ ਪ੍ਰਸਾਰ ਦੇ ਸਾਧਨਾਂ ਦੇ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ। ਅਸੀਂ ਬਹੁਤ ਸਾਰਾ ਆਪਣਾ ਪੈਸਾ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਤੇ ਲਾ ਚੁੱਕੇ ਹਾਂ ਔਰ ਨਿਰੰਤਰ ਲਾ ਰਹੇ ਹਾਂ। ਸਾਨੂੰ ਆਪਣੇ ਸ਼੍ਰੋਮਣੀ ਕਮੇਟੀ ਦੇ ਬਜਟ ਚੋਂ 50% ਗਰੀਬ ਸਿੱਖਾਂ ਦੇ, ਉਹਨਾਂ ਦੀ ਸਿੱਖਿਆ ਤੇ ਉਹਨਾਂ ਦੀ ਮੈਡੀਕਲ ਸਹੂਲਤ ਵਾਸਤੇ ਮੁਹੱਈਆ ਕਰਾਉਣਾ ਚਾਹੀਦਾ। ਤਾਂ ਹੀ ਕਿਉਂਕਿ ਜਿਹੜੇ ਲੋਕ ਲਾਲਚ ਵਾਸਤੇ ਜਾ ਰਹੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਉੱਥੇ ਇਹ ਸਹੂਲਤਾਂ ਪਰ ਦਿੱਤੀਆਂ ਜਾ ਰਹੀਆਂ ਨੇ, ਦੂਜੇ ਪਾਸੇ ਜਿਹੜੇ ਸਾਡੇ ਸਿੱਖ ਅਦਾਰੇ ਨੇ ਉੱਥੇ ਸਿੱਖਾਂ ਦੇ ਬੱਚਿਆਂ ਦੇ ਕੋਲੋਂ ਹੀ ਮੋਟੀਆਂ ਫੀਸਾਂ ਲਈਆਂ ਜਾ ਰਹੀਆਂ ਨੇ। ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਗੱਲ ਚਿੰਤਾ ਵਾਲੀ, ਇਹਦੇ ਵਿੱਚ ਕਾਰਨਾਂ ਨੂੰ ਵੀ ਸਾਨੂੰ ਤਲਾਸ਼ਣਾ ਪਵੇਗਾ, ਤਾਂ ਹੀ ਅਸੀਂ ਇਸ ਮੁੱਦੇ ਦੇ ਹੱਲ ਦੇ ਵੱਲ ਜਾ ਸਕਦੇ ਹਾਂ। ਸੋ ਮੈਂ ਇਹ ਸਮਝਦਾ ਵਾਂ ਇਹ ਪੰਜਾਬ ਦੇ ਵਿੱਚ ਬੜੀ ਵੱਡੀ ਦਿੱਕਤ ਪੈਦਾ ਹੋ ਰਹੀ ਹੈ। ਜੇਕਰ ਇਹ ਇਸੇ ਤਰ੍ਹਾਂ ਹੀ ਚੱਲਦੀ ਰਹੀ ਤੇ ਇਹ ਪੰਜਾਬ ਦੇ ਵਿੱਚ ਇੱਕ ਫਸਾਦ ਦਾ ਵੱਡਾ ਕਾਰਨ ਬਣੇਗਾ। ਜੀ ਬਿਲਕੁਲ। ਇੱਕ ਇਹਦੇ ਵਿੱਚ ਹੋਰ ਵੀ ਗੱਲ ਨਿਕਲਦੀ ਹੈ, ਜਾਤੀਵਾਦ ਦੀ ਜਦੋਂ ਗੱਲ ਆਉਂਦੀ ਹੈ ਕਿ ਸਿੱਖੀਜ਼ਮ ਦੇ ਵਿੱਚ ਜਾਤੀਵਾਦ ਨੂੰ ਅਸੀਂ ਕਿਤੇ ਵੀ ਥਾਂ ਨਹੀਂ ਦਿੱਤੀ ਹੈ, ਗੁਰੂਆਂ ਨੇ ਕਿਤੇ ਵੀ ਥਾਂ ਨਹੀਂ ਦਿੱਤੀ ਹੈ, ਬਿਲਕੁਲ ਨਕਾਰਿਆ ਜਾਤੀਵਾਦ ਨੂੰ। ਪਰ ਫਿਰ ਵੀ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਵਿੱਚ ਹਰ ਥਾਂ ਜਾਤੀਵਾਦ ਵੀ ਓਨਾ ਹੀ ਉਸੇ ਤਰ੍ਹਾਂ ਬਰਕਰਾਰ ਹੈ ਤੇ ਉਹਨੂੰ ਵੀ ਕਾਰਨ ਮੰਨਿਆ ਜਾ ਸਕਦਾ ਹੈ। ਇਹ ਬਿਲਕੁਲ ਤੁਸੀਂ ਸੱਚ ਕਹਿ ਰਹੇ ਹੋ।
ਜਿਹੜੀਆਂ ਸਾਡੀਆਂ ਕਮੀਆਂ ਹੋਣ, ਆਪਣੀਆਂ ਕਮੀਆਂ ਨੂੰ ਜੇ ਸਾਨੂੰ ਪਤਾ ਲੱਗ ਜਾਵੇ ਤੇ ਉਹਨੂੰ ਦੁਰਸਤ ਕਰ ਲੈਣਾ ਚਾਹੀਦਾ। ਜੀ ਜਦੋਂ ਅਸੀਂ ਆਪਣੀ ਗਲਤੀ ਦੇ ਉੱਤੇ ਵਾਰ-ਵਾਰ ਪਰਦਾ ਪਾਉਂਦੇ ਆ, ਉਹਦੇ ਨਾਲ ਅਸੀਂ ਆਪਣੀ ਗਲਤੀ ਤੇ ਪਰਦਾ ਨਹੀਂ ਪਾਉਂਦੇ। ਅਸੀਂ ਜੋ ਚੀਜ਼ ਦੀ ਅਲਿਓਰਮੈਂਟ ਕਰ ਰਹੇ ਨੇ, ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਾਂ ਵੀ ਉਹ ਉਸੇ ਤਰ੍ਹਾਂ ਕਰਨ। ਅੱਜ ਪਿੰਡਾਂ ਦੇ ਵਿੱਚ ਜਾਤੀ ਦੇ ਆਧਾਰਿਤ ਗੁਰਦੁਆਰਾ ਸਾਹਿਬ ਤਾਮੀਰ ਨੇ। ਅੱਜ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨ। ਜਿੱਥੇ ਵੀ ਜਾਤਾਂ ਦੇ ਆਧਾਰਿਤ ਗੁਰਦੁਆਰੇ ਬਣੇ ਨੇ ਉਹਨਾਂ ਦੇ ਨਾਮ ਬਦਲੇ ਜਾਣ। ਉੱਥੇ ਹਰੇਕ ਜਾਤ ਦੇ, ਕਿਉਂਕਿ ਗੁਰਬਾਣੀ ਦਾ ਜੋ ਸਾਡਾ ਸਿਧਾਂਤ ਹੈ, ਜਿੰਨੀ ਦੇਰ ਤੱਕ ਅਸੀਂ ਉਹਨੂੰ ਘਰ-ਘਰ ਦੇ ਵਿੱਚ ਲਾਗੂ ਨਹੀਂ ਕਰਦੇ ਤੇ ਉਨੀ ਦੇਰ ਤੱਕ ਅਸੀਂ ਕਹਿ ਦਈਏ ਜੇ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ ਜਾਂ ਪ੍ਰਸਾਰ ਕਰ ਰਹੇ ਹਾਂ, ਬਿਲਕੁਲ ਨਿਰਮੂਲ ਹੈ। ਇੱਥੋਂ ਤਾਈਂ ਵੀ ਗੁਰਦੁਆਰੇ ਨੇ ਜਿੱਥੋਂ ਦੇ ਪ੍ਰਚਾਰਕ ਰਾਗੀ ਢਾਡੀ ਵੀ ਉਹਨਾਂ ਦੀ ਜਾਤੀ ਵੇਖ ਕੇ ਲਾਏ ਜਾਂਦੇ ਨੇ। ਇਹ ਜਿਹੜੀਆਂ ਗੱਲਾਂ ਤੁਸੀਂ ਕਹੀਆਂ, ਇਹਦੇ ਤੇ ਬੜੇ ਵੱਡੇ ਪੱਧਰ ਤੇ ਘੋਖ ਕਰਨ ਦੀ ਲੋੜ ਹੈ। ਤੇ ਜਿਹੜੇ ਲਤਾੜੇ ਹੋਏ ਸਿੱਖ ਨੇ, ਜਿਨ੍ਹਾਂ ਨੂੰ ਜਾਤੀ ਦੇ ਆਧਾਰਿਤ ਅਛੂਤ ਕਹਿ ਦਿੱਤਾ ਜਾਂਦਾ ਜਾਂ ਗਲਤ ਸ਼ਬਦ ਵਰਤ ਲਿਆ ਜਾਂਦਾ, ਗੁਰਬਾਣੀ ਦੇ ਮੁਤਾਬਕ ਇਹ ਗੱਲਾਂ ਸਾਰੀਆਂ ਨਿਰਮੂਲ ਨੇ। ਕੋਈ ਅਛੂਤ ਨਹੀਂ ਹੈ, ਕੋਈ ਛੋਟਾ ਨੀਵਾਂ ਨਹੀਂ ਹੈ। ਗੁਰੂ ਸਾਹਿਬ ਨੇ ਸਾਨੂੰ ਇਹਦੇ ਵਿੱਚੋਂ ਕੱਢਿਆ। ਲੇਕਿਨ ਜਿੱਥੇ ਵੀ ਕਿਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਾਂ ਇਸ ਤਰ੍ਹਾਂ ਦੇ ਵਿਤਕਰੇ ਕੀਤੇ ਜਾ ਰਹੇ ਨੇ, ਉੱਥੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਆਉਣ ਦੀ ਲੋੜ ਹੈ। ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਆਪਣੇ ਪ੍ਰਚਾਰਕ ਉਹਨਾਂ ਪਿੰਡਾਂ ਦੇ ਵਿੱਚ ਭੇਜ ਕੇ ਜਿੱਥੇ ਵੀ ਅਜਿਹੀ ਸਮੱਸਿਆ ਆਉਂਦੀ ਉਹਦਾ ਨਿਪਟਾਰਾ ਕਰਾਇਆ ਜਾਵੇ। ਤੇ ਉਹਨਾਂ ਗਰੀਬ ਸਿੱਖਾਂ ਨੂੰ ਵੀ ਉਸੇ ਤਰ੍ਹਾਂ ਦਾ ਮਾਣ ਸਤਿਕਾਰ ਗੁਰੂ ਘਰ ਦੇ ਵਿੱਚ ਮਿਲਣਾ ਚਾਹੀਦਾ, ਜਿਹੋ ਜਿਹਾ ਮਾਣ ਸਤਿਕਾਰ ਕਿਸੇ ਜ਼ਿਮੀਂਦਾਰ ਦਾ ਕਿਸੇ ਹੋਰ ਉਹਦੀ ਜਾਤੀ ਵਾਲੇ ਨੂੰ ਮਿਲਦਾ, ਕਿਉਂਕਿ ਗੁਰੂ ਦੀ ਨਜ਼ਰ ਵਿੱਚ ਸਾਰੇ ਇੱਕੋ ਜਿਹੇ ਨੇ। ਜੀ ਬਿਲਕੁਲ। ਸਾਡੇ ਨਾਲ ਦੋ ਸਿਆਸਤਦਾਨ ਵੀ ਜੁੜੇ ਹੋਏ ਨੇ। ਜਸਪ੍ਰੀਤ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਧਰਮ ਦੇ ਨਾਮ ਤੇ ਵੋਟ ਮੰਗਣ ਦੀ, ਜਾਤ ਦੇ ਨਾਮ ਤੇ ਵੋਟ ਮੰਗਣ ਦੀ, ਤਾਂ ਉਦੋਂ ਪੋਲੀਟੀਕਲ ਪਾਰਟੀਆਂ ਵੀ ਸਾਰੀਆਂ ਆਪਣਾ ਪੂਰਾ ਜ਼ੋਰ ਲਾਉਂਦੀਆਂ। ਜਦੋਂ ਗੱਲ ਕੀਤੀ ਹੈ ਪਿਛਲੇ ਇਲੈਕਸ਼ਨ ਦੇ ਵਿੱਚ ਹੀ, 2022 ਦੇ ਇਲੈਕਸ਼ਨ ਦੇ ਵਿੱਚ ਹੀ ਆਪਾਂ ਦੇਖਿਆ ਕਿ ਜਿੰਨੀਆਂ ਵੀ ਕ੍ਰਿਸਚਨ ਚਰਚ ਸੀਗੀਆਂ ਉਹਨਾਂ ਦੇ ਵਿੱਚ ਜਾ ਕੇ ਪਾਦਰੀਆਂ ਨੂੰ ਮਿਲਣਾ, ਫਿਰ ਉਸ ਆਧਾਰ ਤੇ ਮਾਝੇ ਦੇ ਵਿੱਚ ਖਾਸ ਕਰ ਇਹ ਦੇਖਿਆ ਗਿਆ ਮਾਝੇ ਦੇ ਇਲਾਕੇ 'ਚ ਕਿ ਧਰਮ ਦੇ ਨਾਮ ਤੇ, ਕਮਿਊਨਿਟੀ ਦੇ ਨਾਮ ਤੇ ਵੋਟ ਮੰਗੀ ਗਈ ਹੈ। ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ। ਸੋ ਅਸੀਂ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ, ਠੀਕ ਹੈ ਜੀ। ਸੋ ਇੱਕ ਪੋਲੀਟੀਸ਼ੀਅਨ ਜਦੋਂ ਕਿਸੇ ਵੀ ਮੰਦਿਰ, ਮਸਜਿਦ ਜਾਂ ਚਰਚ ਵਿੱਚ ਜਾਂਦਾ ਹੈ ਤਾਂ ਉਹ ਆਪਣੀ ਇੱਕ ਪੋਲੀਟੀਕਲ ਏਜੰਡੇ ਨੂੰ ਲੈ ਕੇ ਜਾਂਦਾ, ਨਾ ਕਿ ਕੋਈ ਧਾਰਮਿਕ ਏਜੰਡੇ ਨੂੰ ਲੈ ਕੇ ਉੱਥੇ ਜਾਂਦਾ ਹੈ। ਸੋ ਇਹ ਇੱਕ ਜਮਹੂਰੀਅਤ ਹੱਕ ਵੀ ਆ ਹਰ ਇੱਕ ਇਨਸਾਨ ਦਾ, ਹਰ ਇੱਕ ਪੋਲੀਟੀਸ਼ੀਅਨ ਦਾ ਜਿਹੜਾ ਵੀ ਇਲੈਕਸ਼ਨ ਲੜ ਰਿਹਾ, ਕਿ ਉਹ ਹਰ ਇੱਕ ਇਨਸਾਨ ਦੇ ਤੱਕ ਪਹੁੰਚ ਕਰੇ ਤੇ ਉਹਨੂੰ ਉਹਦੇ ਕੋਲੋਂ ਆਪਣਾ ਵੋਟ ਮੰਗ ਸਕੇ। ਸੋ ਇਹਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਨੂੰ ਇਨਵੋਲਵ ਨਹੀਂ ਕਰ ਸਕਦੇ ਕਿ ਜੇ ਕੋਈ ਸਿਆਸੀ ਪਾਰਟੀ ਇਸ ਚੀਜ਼ ਨੂੰ ਸ਼ਹਿ ਦੇ ਰਹੀ ਹੈ। ਹਾਂ, ਇਹਦੇ ਲਈ ਜਿਹੜੀਆਂ ਜ਼ਿੰਮੇਵਾਰ ਧਿਰਾਂ ਹੈਗੀਆਂ ਆ, ਜਿਵੇਂ ਕਿ ਜੇ ਪੰਜਾਬ ਦੇ ਵਿੱਚ ਗੱਲ ਕਰੀਏ ਕਿ ਸਿੱਖੀ ਦੇ ਪ੍ਰਸਾਰ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਮੌਲਿਕ ਅਧਿਕਾਰ ਵੀ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ। ਸੋ ਅਸੀਂ ਐਜ਼ ਏ ਸਿੱਖ ਪਰਿਵਾਰ ਤੋਂ ਮੈਂ ਬਿਲੋਂਗ ਕਰਦਾ, ਜਸਪ੍ਰੀਤ ਸਿੰਘ, ਤੇ ਸਿੱਖੀ ਦੇ ਨਾਲ ਹੀ, ਸਿੱਖੀ 'ਚ ਹੀ ਵੱਡੇ ਹੋਏ ਹਾਂ ਤੇ ਸਿੱਖੀ ਤੋਂ ਇਲਾਵਾ ਸਾਡੇ ਲਈ ਅੱਗੇ ਕੁਛ ਵੀ ਨਹੀਂ ਹੈਗਾ। ਭਾਵੇਂ ਕਿ ਅਸੀਂ ਹਲੇ ਪਤੀ ਤੇ ਦਾੜੀ ਦੇ ਕੱਟਦਾ ਆ, ਪਰ ਫਿਰ ਵੀ ਜਿਹੜੀ ਇੱਕ ਰੂਹ ਅੰਦਰੋਂ ਆ ਉਹ ਆਪਣੇ ਧਰਮ ਦੇ ਨਾਲ ਜੁੜੀ ਹੋਈ ਹੈ। ਸੋ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਕਨਵਰਜਨ ਰੇਟ ਹੋਇਆ ਆ ਉਹ 1.5% ਤੋਂ ਇਮੀਡੀਏਟਲੀ ਪੰਜਾਬ ਦੇ ਵਿੱਚ 15% ਦੇ ਕਰੀਬ ਜਿਹੜੀ ਆ ਕ੍ਰਿਸਚੈਨਿਟੀ ਜਿਹੜੀ ਆ ਉਹ ਫੈਲੀ ਆ। ਪਰ ਜਿਹੜੇ ਕਿ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ, ਸਿੱਖ ਸਟੂਡੈਂਟ ਫੈਡਰੇਸ਼ਨ ਜੀ ਨੇ, ਕਿ ਜਿਹੜਾ ਮੇਰੀਕਲ ਜਾਦੂ ਟੂਣੇ ਦਿਖਾ ਕੇ ਲੋਕਾਂ ਨੂੰ ਕਨਵਰਜਨ ਕੀਤਾ ਜਾ ਰਿਹਾ ਆ, ਜੋ ਵੀ ਕੁਝ ਚੱਲ ਰਿਹਾ ਆ, ਪਖੰਡਵਾਦ ਚੱਲ ਰਿਹਾ ਆ। ਸੋ ਉਸ ਚੀਜ਼ ਦਾ, ਜਿਵੇਂ ਕਿ ਆਪਾਂ ਦੇਖਿਆ ਕਿ ਜਿਹੜੇ ਕ੍ਰਿਸਚੀਅਨ ਦੇ ਜਿਹੜੇ ਮਿਨੋਰਟੀ ਕਲਾਸਿਸ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਉਸ ਚੀਜ਼ ਦਾ ਖੰਡਨ ਕੀਤਾ ਕਿ ਜੋ ਵੀ ਉਹ ਕਰ ਰਹੇ ਨੇ, ਸੋ ਉਹ ਇੱਕ ਮਾਨਸਿਕਤਾ ਦੇ ਲਈ, ਜਿਵੇਂ ਕਿ ਗਰੀਬ ਲੋਕ ਨੇ ਉਹਨਾਂ ਨੂੰ ਇੱਕ ਭਰਮਾ ਕੇ ਬਿਮਾਰੀਆਂ ਦੇ ਤੌਰ ਦੇ ਉੱਤੇ ਕਿ ਬਿਮਾਰੀਆਂ ਠੀਕ ਕੀਤੀਆਂ ਜਾ ਰਹੀਆਂ ਆ, ਆਰਥਿਕ ਜਿਹੜੀ ਉਹਨਾਂ ਨੂੰ ਆਰਥਿਕ ਤੰਗੀ ਤੋਂ ਕੱਢਿਆ ਜਾ ਰਿਹਾ ਆ। ਸੋ ਇਹ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਆ, ਜ਼ਿਆਦਾਤਰ ਇਹਦੇ ਉੱਤੇ ਸਰਕਾਰਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਹੈ। ਭਾਵੇਂ ਕਿ ਉਹ ਸਾਡੀ ਸਰਕਾਰ ਸੀ ਜਾਂ ਜਿਹੜੀ ਮੌਜੂਦਾ ਸਰਕਾਰ ਹੁਣ ਹੈਗੀ ਹੈ, ਉਹਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੌਜੂਦਾ ਲੋਕਾਂ ਦੇ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ, ਉਹਨਾਂ ਦੀ ਐਜੂਕੇਸ਼ਨ, ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਲਾਜ਼ਮੀ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਇੱਕ ਫਾਈਨੈਂਸ਼ੀਅਲ ਸਟੇਬਿਲਿਟੀ ਵੀ ਥੋੜ੍ਹੀ ਜਿਹੀ ਮਿਲ ਸਕੇ। ਤੇ ਸਭ ਤੋਂ ਵੱਡੀ ਗੱਲ, ਪੰਜਾਬ ਜਿਹੜਾ ਇਸ ਟਾਈਮ ਪੂਰੇ ਹਿੰਦੁਸਤਾਨ ਦੇ ਵਿੱਚ
ਪਹਿਲੇ 5 ਸੂਬਿਆਂ ਦੇ ਵਿੱਚ ਅਨਐਮਪਲੋਇਮੈਂਟ ਦੇ ਵਿੱਚ ਆ ਰਿਹਾ ਆ। ਸੋ ਵੱਧ ਤੋਂ ਵੱਧ ਰੋਜ਼ਗਾਰ ਦੇ ਜਿਹੜੇ ਸਾਧਨ ਜਿਹੜੇ ਆ ਯੂਥ ਲਈ ਪੈਦਾ ਕੀਤੇ ਜਾਣ। ਜੇ ਆਪਾਂ ਗੱਲ ਕਰੀਏ ਕ੍ਰਿਸਚੀਅਨਿਟੀ ਦੀ, ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖਿਆ ਕਿ ਤੁਸੀਂ ਬਹੁਤ ਸਾਰੇ ਦੇਸ਼ਾਂ ਤੋਂ ਖਬਰਾਂ ਵੀ ਆਉਂਦੀਆਂ ਕਿ ਲੋਕ ਇੰਨੇ ਕੁ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ ਗਏ, ਉਹ ਕ੍ਰਿਸਚੀਅਨਿਟੀ ਨੂੰ ਵੀ ਨਹੀਂ ਮੰਨ ਰਹੇ। ਬਹੁਤ ਸਾਰੇ ਲੋਕ ਜਿਹੜੇ ਆਪਣਾ ਧਰਮ ਹਿਊਮੈਨਿਟੀ ਦੇ ਵਿੱਚ ਲੈ ਕੇ ਜਾ ਰਹੇ ਆ ਕਿ ਉਹ ਕਿਸੇ ਧਰਮ ਨੂੰ ਨਹੀਂ ਮੰਨ ਰਹੇ, ਕਿਉਂਕਿ ਆਲਰੇਡੀ ਜਿਹੜਾ ਆ ਕਿ ਉਹਨਾਂ ਦੇ ਸ਼ਡਿਊਲ ਇੰਨੇ ਬਿਜ਼ੀ ਹੋ ਚੁੱਕੇ ਆ ਕਿ ਉਹਨਾਂ ਦੇ ਕੋਲ ਟਾਈਮ ਹੀ ਹੈ ਨਹੀਂ ਇਦਾਂ ਦੀਆਂ ਚੀਜ਼ਾਂ ਦੇ ਲਈ। ਦੂਜੇ ਪਾਸੇ ਜੇ ਪੰਜਾਬ ਦੇ ਵਿੱਚ ਇਸ ਟਾਈਮ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਹੈਗੇ ਨੇ, ਸਾਡੀਆਂ ਭੈਣਾਂ ਹੈਗੀਆਂ ਆ, ਭਰਾ ਹੈਗੇ ਆ, ਜਿਹੜੇ ਹੁਣ ਵਿਚਾਰੇ ਘਰਾਂ ਦੇ ਵਿੱਚ ਆਰਥਿਕ ਤੰਗੀ ਤੋਂ ਜੂਝ ਰਹੇ ਨੇ, ਉਹਨਾਂ ਦੀ ਜਦੋਂ ਵੀ ਕੋਈ ਮਦਦ ਕਰਨ ਨੂੰ ਅੱਗੇ ਆਏਗਾ ਤਾਂ ਉਹਨਾਂ ਨੂੰ ਉਹੀ ਵਧੀਆ ਲੱਗੇਗਾ। ਜਿਵੇਂ ਪਿਛਲੇ ਸਮੇਂ ਦੇ ਵਿੱਚ ਡੇਰਾਵਾਦ ਦੇ ਬਹੁਤ ਆਪਾਂ ਸੁਣਿਆ ਕਿ ਡੇਰਾ ਵੀ ਇਸੇ ਚੀਜ਼ਾਂ ਨੂੰ ਲੈ ਕੇ, ਕੋਈ ਵੀ ਡੇਰਾ ਹੋ ਜਾਵੇ, ਉਹ ਲੋਕਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਮਦਦ ਕਰਨ ਕਰਕੇ ਹੀ ਲੋਕ ਉਹ ਡੇਰਿਆਂ ਦੇ ਵਿੱਚ ਪ੍ਰਭਾਵਿਤ ਹੋਏ ਜਾਣ ਲੱਗੇ। ਇਸੇ ਤਰ੍ਹਾਂ ਹੀ ਹੁਣ ਇਸ ਟਾਈਮ ਕ੍ਰਿਸਚੀਅਨਿਟੀ ਦੇ ਵਿੱਚ ਆ। ਤੇ ਜਿਹੜਾ ਇਹਦੇ ਵਿੱਚ ਖਾਸ ਧਿਆਨ ਦੇਣ ਦੀ ਲੋੜ ਇਹ ਹੈ ਕਿ ਕੋਈ ਵੀ ਅਣਸੁਖਾਵੀਂ ਘਟਨਾ ਜਿਹੜੀ ਆ ਉਹ ਧਰਮ ਨੂੰ ਲੈ ਕੇ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਨਾ ਫੈਲੇ ਤੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਏ, ਕਿਉਂਕਿ ਇਸ ਟਾਈਮ ਪੰਜਾਬ ਦੇ ਅਸਲ ਮੁੱਦੇ ਕੁਝ ਹੋਰ ਨੇ। ਅਸਲ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਆ ਉਹ ਹੈਗਾ ਕਿ ਜਿਹੜਾ ਸਾਡਾ ਬ੍ਰੇਨ ਡਰੇਨ ਹੋ ਰਿਹਾ ਹੈ, ਪੰਜਾਬ ਦੇ ਵਿੱਚੋਂ ਯੂਥ ਦਾ ਬ੍ਰੇਨ ਡਰੇਨ ਹੋ ਰਿਹਾ ਆ, ਉਹਦੇ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਕਿ ਜਿਹੜੇ ਬੱਚੇ ਪੜ੍ਹ ਲਿਖ ਰਹੇ ਨੇ, +2 ਵਧੀਆ ਨੰਬਰਾਂ ਤੇ ਪਾਸ ਕਰ ਰਹੇ ਨੇ, ਉਹ ਜਿਹੜੀਆਂ ਹੈਗੀਆਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਦੀਆਂ ਕੰਟਰੀਆਂ ਨੂੰ ਰੁੱਖ ਕਰ ਰਹੇ ਨੇ। ਤੇ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਆ ਇੱਕ ਇਹ ਧਾਰਮ ਤੋਂ ਵੀ ਉੱਪਰਲਾ ਜਿਹੜਾ ਮਸਲਾ ਬ੍ਰੇਨ ਡਰੇਨ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗਾ। ਸੈਕੰਡਲੀ, ਜੇ ਆਪਾਂ ਗੱਲ ਕਰੀਏ ਇਸ ਟਾਈਮ ਦੇ ਉੱਤੇ ਜੋ ਪੰਜਾਬ ਦੀ ਫਾਈਨੈਂਸ਼ੀਅਲ ਕੰਡੀਸ਼ਨ ਹੈਗੀ ਆ, ਉਸ ਦੇ ਉੱਤੇ ਜਿਹੜਾ ਆ ਇਹ ਜਿਹੜੀ ਹੁਣ ਦੀਆਂ ਸਰਕਾਰਾਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਜੀ। ਬਿਲਕੁਲ ਜਸਪ੍ਰੀਤ ਜੀ, ਜਿਵੇਂ ਤੁਸੀਂ ਗੱਲ ਕੀਤੀ ਡੇਰਾਵਾਦ ਦੀ ਤੇ ਜਿਹੜਾ ਜਾਦੂ ਟੋਣਾ ਕਰਕੇ ਵਹਿਮ ਭਰਮ ਦੇ ਵਿੱਚ ਲੋਕਾਂ ਨੂੰ ਪਾਇਆ ਜਾ ਰਿਹਾ, ਇਹਦੇ ਵਿੱਚ ਇੱਕ ਸਵਾਲ ਉੱਠਦਾ ਕਿ ਜਦੋਂ ਵੀ ਇਲੈਕਸ਼ਨ ਆਉਂਦੇ ਆ, ਜਦੋਂ ਆਪਾਂ ਸਿਆਸਤ ਦੀ ਗੱਲ ਕਰੀਏ ਤਾਂ ਸਿਰਫ ਇੱਕ ਪਾਰਟੀ ਨਹੀਂ, ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਹੀ ਉਹਨਾਂ ਥਾਵਾਂ 'ਤੇ ਜਾਂਦੇ ਆ, ਉਹਨਾਂ ਡੇਰਿਆਂ 'ਚ ਜਾਂਦੇ ਆ, ਉਹਨਾਂ ਬਾਬਿਆਂ ਕੋਲ ਜਾਂਦੇ ਆ ਜਿਹੜੇ ਪਖੰਡ ਨੂੰ ਵਧਾਵਾ ਦਿੰਦੇ ਆ ਅਤੇ ਉਹਨਾਂ ਨੂੰ ਪ੍ਰਮੋਟ ਕਰਦੇ ਆ। ਇੱਕ ਤਰੀਕੇ ਨਾਲ ਉਹਨਾਂ ਨੂੰ ਫੰਡ ਵੀ ਕਰਦੇ ਆ, ਕਿਉਂਕਿ ਉਹਨਾਂ ਨੂੰ ਬਲਕ ਦੇ ਵਿੱਚੋਂ ਉੱਥੋਂ ਵੋਟਾਂ ਮਿਲਣੀਆਂ। ਅਤੇ ਇਸ ਚੀਜ਼ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਹਰ ਵਾਰ ਹਰ ਇਲੈਕਸ਼ਨ ਦੇ ਵਿੱਚ ਡੇਰਿਆਂ ਦਾ ਵੱਡਾ ਪ੍ਰਭਾਵ ਰਹਿੰਦਾ ਪੰਜਾਬ ਦੇ ਵਿੱਚ, ਈਵਨ ਹਰਿਆਣਾ ਦੇ ਵਿੱਚ ਵੀ ਕਈ ਇਹੋ ਜਿਹੇ ਵੀ ਡੇਰੇ ਜਿਨ੍ਹਾਂ ਦੇ ਲੀਡਰ, ਜਿਨ੍ਹਾਂ ਦੇ ਆਗੂ ਜੇਲ੍ਹਾਂ ਦੇ ਵਿੱਚ ਨੇ, ਜਿਨ੍ਹਾਂ 'ਤੇ ਬਹੁਤ ਸੰਗੀਨ ਆਰੋਪ ਲੱਗੇ ਹੋਏ ਨੇ। ਉਹਨਾਂ ਦੇ ਪਿੱਛੇ ਵੀ ਜਦੋਂ ਲੱਗਦੇ ਹਾਂ ਅਸੀਂ, ਉਹਨਾਂ ਦੇ ਚਰਨਾਂ 'ਚ ਜਦੋਂ ਅਸੀਂ ਆਪਣੇ ਲੀਡਰਸ ਨੂੰ ਦੇਖਦੇ ਹਾਂ ਤਾਂ ਲੋਕਾਂ ਨੂੰ ਕੀ ਸੇਧ ਮਿਲਦੀ ਆ ਉੱਥੋਂ, ਅਤੇ ਇਹਦੇ ਲਈ ਜ਼ਿੰਮੇਦਾਰ ਕੌਣ ਹੈ? ਦੇਖੋ, ਇਹਦੇ ਲਈ ਜ਼ਿੰਮੇਵਾਰ ਜੇ ਆਪਾਂ ਗੱਲ ਕਰੀਏ ਤੇ ਜਿਵੇਂ ਕਿ ਹੁਣ ਜਿਹੜਾ ਡੇਰੇ ਦੇ ਵਿੱਚ ਜਾਂਦੇ ਨੇ, ਜਾਂ ਆਪਾਂ ਗੱਲ ਕਰੀਏ ਕਿ ਕਿਸੇ ਦੇ ਪੈਰਾਂ ਦੇ ਵਿੱਚ ਬਹਿੰਦੇ ਨੇ ਜਾਂ ਕੁਝ ਵੀ ਨਹੀਂ, ਉਹ ਉਸ ਡੇਰੇ ਦੇ ਜਿਹੜੇ ਸੁਪਰੀਮ ਲੀਡਰ ਹੁੰਦੇ ਆ। ਸੋ ਅਲਟੀਮੇਟਲੀ ਗੱਲ ਇੱਥੇ ਆ ਕੇ ਟਿਕਦੀ ਆ ਕਿ ਜਿਹੜਾ ਇੱਕ ਪੋਲੀਟੀਸ਼ੀਅਨ ਆ, ਇੱਕ ਉਹ ਚੰਗੀ ਜਿਹੀ ਪੋਲਿਟਿਕਸ ਕਰ ਰਿਹਾ ਆ। ਸੋ ਪਿਛਲੀਆਂ ਆਪਾਂ ਚੋਣਾਂ ਦੇ ਵਿੱਚ ਦੇਖੀਏ ਤਾਂ ਲੋਕਾਂ ਨੇ ਇਹ ਚੀਜ਼ਾਂ ਨੂੰ ਨਕਾਰ ਦਿੱਤਾ ਆ। ਅੱਜ ਤੋਂ 10 ਸਾਲ ਪਹਿਲਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਥੋੜਾ ਜਿਹਾ ਇਸ ਚੀਜ਼ਾਂ ਦਾ ਜ਼ਿਆਦਾ ਪ੍ਰਭਾਵ ਸੀ, ਪਰ ਪਿਛਲੀ ਵਿਧਾਨ ਸਭਾ ਦੀਆਂ ਇਲੈਕਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੋਂ ਲੋਕੀ ਉੱਭਰ ਕੇ ਆਏ ਨੇ। ਲੋਕਾਂ ਨੇ ਜਿਹੜਾ ਹੈਗਾ ਆ ਕਿ ਇਹ ਚੀਜ਼ਾਂ ਨੂੰ ਨਕਾਰਿਆ ਹੈਗਾ। ਪਰ ਜਦੋਂ ਕੋਈ ਵੀ ਬੰਦਾ, ਤੁਸੀਂ ਦੇਖੋ, ਕੋਈ ਵੀ ਪਾਰਟੀ ਦਾ ਇਲੈਕਸ਼ਨ ਲੜ ਰਿਹਾ ਹੁੰਦਾ ਹੈ, ਜਿਹੜੀ ਪੋਲੀਟੀਕਲ ਪਾਰਟੀ ਸੈਕੂਲਰ ਪਾਰਟੀਆਂ ਹੈਗੀਆਂ ਆ, ਤੇ ਉਹਨਾਂ ਦਾ ਇੱਕ ਇਹ ਜਿਹੜਾ ਹਰ ਬੰਦੇ ਦੇ ਕੋਲ ਵੋਟ ਮੰਗਣ ਦਾ ਅਧਿਕਾਰ ਹੈਗਾ, ਤੇ ਉਹ ਆਪਣਾ ਜਿਹੜਾ ਨੈਤਿਕ ਅਧਿਕਾਰ ਦੇ ਤੌਰ ਦੇ ਉੱਤੇ ਵੋਟ ਮੰਗਣ ਜਾਂਦੇ ਨੇ। ਸੋ ਉਸ ਤੋਂ ਇਲਾਵਾ ਜੇ ਕੋਈ ਇਨਲੀਗਲ ਐਕਟੀਵਿਟੀ ਹੋ ਰਹੀ ਹੈ ਤੇ ਉਹਦੇ ਵਿੱਚ ਜੇ ਕੋਈ ਲੀਡਰ ਸ਼ਾਮਲ ਹੁੰਦਾ ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਸ ਲੀਡਰ ਦੀ ਗਲਤੀ ਹੈ। ਪਰ ਜਿੱਥੇ ਤੱਕ ਸੰਵਿਧਾਨਕ ਤਰੀਕੇ ਦੇ ਨਾਲ ਜੇ ਕੋਈ ਵੋਟ ਮੰਗਣ ਜਾਂਦਾ ਹੈ ਤਾਂ ਉਹਦਾ ਇੱਕ ਸੰਵਿਧਾਨਕ ਹੱਕ ਵੀ ਹੈ। ਜੇ ਉਹ ਨਹੀਂ ਜਾਏਗਾ ਤਾਂ ਦੂਜਾ ਲੀਡਰ ਜਾਏਗਾ, ਜੇ ਦੂਜਾ ਨਹੀਂ ਜਾਏਗਾ ਤਾਂ ਤੀਜਾ ਲੀਡਰ ਜਾਏਗਾ। ਸੋ ਹਰ ਇੱਕ ਲੀਡਰ ਜਿਹੜਾ ਆ ਆਪਣੀ ਵੋਟ ਮੰਗਣ, ਉਹ ਕਿਸੇ ਵੀ ਡੇਰੇ ਦੇ ਵਿੱਚ ਜਾਏਗਾ, ਚਰਚ ਦੇ ਵਿੱਚ ਜਾਏਗਾ, ਕਿਉਂਕਿ ਉੱਥੇ ਲੋਕਾਂ ਦਾ ਆਉਣਾ ਜਾਣਾ ਹੁੰਦਾ ਆ। ਹਰ ਡੇਰੇ ਦੇ ਕੋਲ, ਹਰ ਗੁਰਦੁਆਰੇ, ਹਰ ਮੰਦਿਰ, ਉਹਨਾਂ ਦੇ ਵਿੱਚ ਇੱਕ ਉਹਨਾਂ ਦੀ ਸੰਗਤ ਹੁੰਦੀ ਆ, ਉਹਨਾਂ ਦੇ ਸ਼ਰਧਾਲੂ ਹੁੰਦੇ ਆ। ਸੋ ਉਹਨਾਂ ਤੱਕ ਆਪਣਾ ਮੈਸੇਜ ਕਨਵੇ ਕਰਨ ਨੂੰ ਉਹ ਇੱਕ ਈਜ਼ੀ ਪਲੇਟਫਾਰਮ ਹੁੰਦਾ ਕਿ ਉੱਥੇ ਜਦੋਂ ਬਲਕ ਦੇ ਵਿੱਚ ਲੋਕ ਇਕੱਠੇ ਹੋਏ ਹੁੰਦੇ ਨੇ ਤਾਂ ਤੁਸੀਂ ਆਪਣਾ ਮੈਸੇਜ ਕਨਵੇ ਕਰ ਸਕਦੇ ਹੋ। ਬਾਕੀ ਵੋਟ ਦਾ ਡਿਸੀਜਨ ਜਿਹੜਾ ਹੁੰਦਾ ਆ ਉਹ ਲੋਕਾਂ ਦਾ ਆਪਣਾ ਮਤ ਹੁੰਦਾ, ਕਿਉਂਕਿ ਹਰ ਇੱਕ ਦਾ ਆਪਣਾ ਮਨ ਹੈ, ਆਪਣਾ ਮਤ ਹੈ। ਲੋਕਾਂ ਨੇ ਪਹਿਲਾਂ ਹੀ ਮਤ ਬਣਾਇਆ ਹੁੰਦਾ ਕਿ ਅਸੀਂ ਕਿੱਧਰ ਵੋਟ ਪਾਉਣਾ। ਜੀ ਬਿਲਕੁਲ।
ਤੇ ਇਹਦੇ ਨਾਲ ਹੀ ਕੁਲਦੀਪ ਧਾਲੀਵਾਲ ਜੀ ਤੁਹਾਡੇ ਤੋਂ ਗੱਲ ਪੁੱਛਦੇ ਹਾਂ ਕਿ ਜਿੰਨੇ ਵੀ ਸਿਆਸੀ ਲੀਡਰ ਹੈ, ਸਿਆਸਤ, ਧਰਮ ਤੇ ਰਾਜਨੀਤੀ ਜਿਹੜੀ ਇਹਦੇ ਵਿੱਚ ਇਹ ਸਭ ਕੁਝ ਕਿੱਥੋਂ ਤੱਕ ਵਾਜਿਬ ਹੈ ਕਿ ਅਸੀਂ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਤੇ ਪਹਿਲਾਂ ਉਹਨਾਂ ਨੂੰ ਦੱਸੀਏ ਕਿ ਤੁਸੀਂ ਅਲੱਗ ਹੋ, ਫਿਰ ਉਹਨਾਂ ਤੋਂ ਵੋਟ ਲਈਏ, ਇਹ ਕਿੰਨਾ ਕੁ ਵਾਜਿਬ ਹੈ ਸਰ? ਕੁਲਦੀਪ ਜੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹੈਲੋ, ਮੇਰੀ ਬਾਤ? ਹਾਂਜੀ ਕੁਲਦੀਪ ਜੀ। ਹਾਂ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ, ਹੁਣ ਆ ਰਹੀ ਹੈ ਸਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਅਮਨਦੀਪ ਜੀ। ਮੈਂ ਪੰਜਾਬ ਟੁਡੇ ਦੇ ਦਰਸ਼ਕਾਂ ਨਾਲ ਪਹਿਲਾਂ ਨਹੀਂ ਚਾਹਣਾ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਧਰਮ ਪਰਿਵਰਤਨ ਦੀ ਜਾਂ ਜੋ ਵੀ ਇਹ ਗੱਲਬਾਤ ਹੋਈ ਆ ਜੀ, ਉਹ ਸਾਰੀ ਦੇ ਵਿੱਚ ਜਿਹੜੇ ਈਸਾਈ, ਜੈਨੂਅਨ ਈਸਾਈ ਆ, ਧਰਮ ਆ ਜਿਹੜਾ, ਜੀ ਉਹਦੀ ਕੋਈ ਇਨਵੋਲਵਮੈਂਟ ਮੈਨੂੰ ਲੱਗੀ ਨਹੀਂ, ਕਿਉਂਕਿ ਜੀ। ਮੈਂ ਖੁਦ ਇਹ ਸਾਰੇ ਵਿਸ਼ੇ ਤੇ ਸਾਰੇ ਪੰਜਾਬ ਦਾ ਭ੍ਰਮਣ ਕੀਤਾ, ਪਾਰਟੀ ਪਲੇਟਫਾਰਮ ਤੇ ਵੀ ਮੈਂ ਸਾਰੀ ਗੱਲ ਰੱਖੀ ਆ, ਮੈਂ ਬਾਬਾ ਮੇਜਰ ਸਿੰਘ ਨੂੰ ਵੀ ਮਿਲ ਕੇ ਆਇਆ। ਤੋ ਮੈਂ ਇਹਨੂੰ ਧਰਮ ਦੇ ਵਿਸ਼ੇ ਦਾ ਵਿਸ਼ਾ ਨਾ ਬਣਾ ਕੇ ਆਪਾਂ ਇਹਨੂੰ ਜੇ ਇਹ ਸੋਚੀਏ ਵੀ ਲਾਲਚ ਦੇ ਕੇ ਲੋਕਾਂ ਨੂੰ ਕਰਾਹੇ ਪਾਉਣ ਵਾਲੇ, ਜਿਵੇਂ ਆਪਾਂ ਜਾਲੀ ਬਾਬਿਆਂ ਦੀ ਗੱਲ ਕਰਦੇ ਆ, ਉਵੇਂ ਹੀ ਇਹ ਜਾਲੀ ਪਾਸਟਰ ਆ। ਤੋ ਜਾਲੀ ਪਾਸਟਰਾਂ ਦੀ ਗੱਲ ਕੀਤੀ ਜਾਵੇ, ਨਾ ਕਿ ਕਿਸੇ ਧਰਮ ਦੀ ਜਾਂ ਉਹਦੀ, ਕਿਉਂਕਿ ਈਸਾਈ ਧਰਮ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਾਹੁੰਦਾ। ਉਹ ਕਿਸੇ ਨੂੰ ਲਾਲਚ ਲੋਭ ਦੇ ਕੇ ਜਿਹੜਾ ਨਾ ਉਹ ਆਪਦੇ ਵੱਲ ਕਨਵਰਟ ਕਰਨ ਦੀ ਜਿਹੜੇ ਅਸਲੀ ਈਸਾਈ ਆ ਉਹ ਕੋਸ਼ਿਸ਼ ਨਹੀਂ ਕਰਦੇ। ਪਰ ਕੁਝ ਲੋਕ ਜਿਹੜੇ ਕਨਵਰਟ ਹੋਏ ਆ, ਜਿਹੜੇ ਬਾਬਿਆਂ ਨੂੰ, ਜਿਵੇਂ ਪਹਿਲਾਂ ਬਾਬਿਆਂ ਨੂੰ ਜਿਵੇਂ ਹਿੰਦੂ ਧਰਮ ਦਾ ਮਿਸਯੂਜ਼ ਕਰਦੇ ਸੀ ਬਾਬੇ, ਜਿਹੜਾ ਮਤਜੀ ਭਗਵਾ ਬਾਣਾ ਪਾ ਕੇ ਕਿਤੇ ਵੀ ਬਹਿ ਜਾਂਦਾ ਸੀ, ਨਕਲੀ ਬਾਬਾ ਬਣ ਜਾਂਦਾ ਸੀ, ਉਵੇਂ ਹੀ ਇਹ ਪਾਸਟਰ ਹੋ ਗਏ ਅੱਜ ਕੱਲ੍ਹ। ਇਹ ਆਪਦੀਆਂ ਹੀ ਮਿਨਿਸਟਰੀਆਂ ਖੋਲੀ ਬੈਠੇ ਆ। ਇਹ ਕੋਈ ਇੱਕ ਸੁਖਵਿੰਦਰ ਸਿੰਘ ਮਿਨਿਸਟਰੀ ਦੇਖੋ ਤੁਸੀਂ, ਸੁਖਵਿੰਦਰ ਸਿੰਘ ਮਿਨਿਸਟਰੀ। ਇਹ ਹੁਣ ਮੈਨੂੰ ਤੁਸੀਂ ਇਹ ਕਹਿੰਦੇ ਹੋ ਵੀ ਪਹਿਲਾਂ ਲੋਕਾਂ ਨੂੰ ਪਾੜਿਆ ਜਾਂਦਾ ਹੈ, ਫਿਰ ਵੋਟਾਂ ਲਈਆਂ ਜਾਂਦੀਆਂ। ਇਹ ਵਾਕਈ ਇਹ ਪਾੜਨ ਵਾਲੀ ਗੱਲ ਆ ਵੀ ਸਿੱਖ ਬੰਦੇ ਨੂੰ ਪਾੜ ਕੇ ਪਹਿਲਾਂ ਈਸਾਈ ਵਾਲੇ ਪਾਸੇ ਲਾਇਆ ਗਿਆ, ਜਾਲੀ ਈਸਾਈ ਪਾਸਟਰ ਬਣਾਇਆ ਗਿਆ, ਲੋਕਾਂ ਨੂੰ ਜਾਲੀ ਈਸਾਈ ਬਣਾ ਕੇ ਮਗਰ ਲਾਇਆ ਗਿਆ, ਕਿ ਜਾਲੀ ਡੇਰਾ ਸਿਰਜਿਆ ਗਿਆ। ਇਹ ਬਹੁਤ ਵੱਡਾ ਦੇਸ਼ ਤੋੜਨ ਦਾ ਸਕੈਮ ਹੈ ਜੀ। ਔਰ ਇਸ ਸਕੈਮ ਦੇ ਉੱਤੇ ਜਿਹੜਾ ਮਾਨਯੋਗ ਸਾਡੇ ਜਥੇਦਾਰ ਸਾਹਿਬ ਆ, ਉਹਨਾਂ ਨੇ ਸਟੈਂਡ ਲਿਆ। ਜਥੇਦਾਰ ਅਕਾਲ ਤਖਤ ਨੇ ਇਹ ਗੱਲ ਕਹੀ ਕਿ ਜਿਹੜਾ ਹੈਗਾ ਮਾਨਯੋਗ ਪ੍ਰਧਾਨ ਮੰਤਰੀ ਨੂੰ ਤੇ ਗ੍ਰਹਿ ਮੰਤਰੀ ਨੂੰ ਇਸ ਵਿਸ਼ੇ ਤੇ ਗੰਭੀਰ ਹੋਣਾ ਚਾਹੀਦਾ। ਔਰ ਉਸ ਤੋਂ ਬਾਅਦ ਜਿਹੜੀਆਂ ਈਸਾਈ ਸੰਪਰਦਾਵਾਂ ਉਹ ਵੀ ਗੰਭੀਰ ਹੋਈਆਂ ਵੀ ਸਾਡੇ ਤੇ ਨਜਾਇਜ਼ ਇਲਜ਼ਾਮ ਲੱਗ ਰਿਹਾ। ਕੌਣ ਲੋਕ ਹੈ ਇਹ? ਤਾਂ ਉਹ ਸਾਡੇ, ਜਿਵੇਂ ਅਸੀਂ ਰਾਜਨੀਤਿਕ ਲੋਕ ਆ, ਅਸੀਂ ਤਾਂ ਇੱਕ ਦੂਜੇ ਤੇ ਜਿਹੜਾ ਉਹ ਚਿੱਕੜ ਸਿੱਟਣਾ ਹੁੰਦਾ, ਸਾਡੀ ਜ਼ਿੰਮੇਵਾਰੀ ਇਹ ਲੱਗੀ ਹੁੰਦੀ ਹੈ। ਜਿਹੜਾ ਮੈਂ ਕੀਤਾ ਉਹ ਕਾਂਗਰਸ ਨੇ ਨਹੀਂ ਸਲਾਉਣਾ, ਜਿਹੜਾ ਕਾਂਗਰਸ ਨੇ ਕੀਤਾ ਉਹ ਮੈਂ ਨਹੀਂ ਸਲਾਉਣਾ, ਜਿਹੜਾ ਅਕਾਲੀ ਦਲ ਨੇ ਕੀਤਾ ਅਸੀਂ ਦੋਵਾਂ ਨੇ ਨਹੀਂ ਸਲਾਉਣਾ। ਤਾਂ ਉਹ ਇਹ ਦੇਸ਼ ਬਚਾਉਣ ਦਾ ਵਿਸ਼ਾ ਹੈ, ਇਹ ਰਾਜਨੀਤੀ ਦਾ ਵਿਸ਼ਾ ਨਹੀਂ। ਸੱਚੀ ਮੁੱਚੀ ਬਹੁਤ ਵੱਡੇ ਲੈਵਲ ਤੇ ਸਾਡੀਆਂ ਜੜ੍ਹਾਂ ਦੇ ਵਿੱਚ ਇਹ ਜਿਹੜੇ ਲੋਕ ਆ ਵੜ ਚੁੱਕੇ ਆ। 15% ਵਾਲੀ ਕੋਈ ਗੱਲ ਨਹੀਂ ਹੈ, 35-40% ਤੇ ਪਹੁੰਚ ਗਏ। ਕਿਉਂ 15% ਵਾਲੀ ਗੱਲ ਨਹੀਂ? ਕਿਉਂਕਿ ਧਰਮ ਨਹੀਂ ਬਦਲਦੇ ਉਹ ਆਪਦਾ ਪੂਰਾ ਕਾਗਜ਼ਾਂ 'ਚ, ਬਾਕੀ ਬਦਲੀ ਜਾਂਦੇ ਆ, ਉਹ ਆਪਦਾ ਕਰੀ ਜਾਂਦੇ। ਨਾ ਸਿੰਘ ਹੀ ਰਹੂਗਾ, ਜਾਤ ਉਹਦੀ ਜੋ ਜਾਤ ਇੰਡੀਅਨ ਕਨਸਟੀਟਿਊਸ਼ਨ ਦੇ ਅਨੁਸਾਰ ਆ ਉਹੀ ਰਹੂਗੀ, ਉਹਦੇ ਨਾਲ ਕੋਈ ਮਸੀਹ ਨਹੀਂ ਲੱਗੂਗਾ। ਪਰ ਉਹ ਸਾਰਾ ਆਪਦਾ ਇੱਕ ਨੈਟਵਰਕ ਆ ਜਿਹੜਾ ਉਹ ਵਧਾਈ ਜਾਂਦੇ ਆ। ਉਹਦੇ ਲਈ ਪੈਸਾ ਬਾਹਰਲੇ ਮੁਲਕਾਂ ਤੋਂ ਵੀ ਇਹਨਾਂ ਨੂੰ ਮਿਲਦਾ ਰਿਹਾ। ਉਹ ਬਹੁਤ ਸਾਰੀਆਂ ਜਿਹੜੀਆਂ NGOs ਆ ਉਹ ਬਲੈਕ ਲਿਸਟਡ ਕੀਤੀਆਂ ਗ੍ਰਹਿ ਮੰਤਰਾਲੇ ਨੇ। ਇਹ ਬਹੁਤ ਵੱਡਾ ਸਕੈਮ ਆ ਔਰ ਇਹਦੇ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੋਟ ਬੈਂਕ ਦੀ ਰਾਜਨੀਤੀ ਛੱਡ ਕੇ ਗੰਭੀਰ ਹੋਣਾ ਪਊ ਪੰਜਾਬ ਦੇ ਲਈ ਜੀ। ਇਹਦੇ ਤੋਂ ਖਤਰਾ ਕੀ ਹੋ ਸਕਦਾ? ਜੇ ਆਪਾਂ ਖਤਰਾ ਭਾਂਪੀਏ ਕਿ ਪੰਜਾਬ ਦੇ ਲਈ, ਭਾਰਤ ਦੇ ਲਈ ਕੀ ਖਤਰਾ ਹੋ ਸਕਦਾ ਹੈ ਇਹਦੇ ਤੋਂ? ਦੇਖੋ, ਖਤਰਾ ਬਹੁਤ, ਜਿਹੜੀ ਚੀਜ਼ ਦਾ ਅੱਜ ਬਾਹਰਲੇ ਕੋਈ ਵੀ ਏਜੰਸੀ ਆ ਉਹ ਪੈਸਾ ਭੇਜ ਰਹੀ ਆ, ਇੱਥੇ ਕੁਝ ਬੰਦੇ ਈਸਾਈ ਧਰਮ ਦਾ ਨਾਮ ਲੈ ਕੇ ਉਹ ਪੈਸੇ ਦਾ ਮਿਸਯੂਜ਼ ਕਰਕੇ ਆਪਦਾ ਡੇਰਾ ਬਣਾ ਲੈਂਦੇ ਆ। ਉਹ ਨਾਮ ਉਹਦਾ ਚਰਚ ਹੈਗਾ, ਉਹ ਡੇਰੇ ਹੀ ਹੈ। ਉਹ ਡੇਰੇ ਦੇ ਵਿੱਚ ਉਹਨਾਂ ਏਜੰਸੀਆਂ ਦਾ ਕੰਮ ਹੁੰਦਾ। ਲੋਕ ਭੋਲੇ ਭਾਲੇ ਆ, ਲੋਕ ਆਉਂਦੇ ਆ, ਲੋਕ ਆਪਦਾ ਉਪਚਾਰ ਕਰਾਉਣ ਲਈ ਆਉਂਦੇ ਆ। ਸਾਈਕੋਲੋਜੀਕਲੀ ਵਿਚਾਰੇ ਸਿੱਖ ਹੁੰਦੇ ਆ, ਉਹਨਾਂ ਨੂੰ ਕਹਿੰਦੇ ਤੈਨੂੰ ਪ੍ਰਭੂ ਯੀਸ਼ੂ ਨੇ ਠੀਕ ਕਰਤਾ, ਆਹ ਦੇਖ ਤੈਨੂੰ ਮੈਂ ਤਾਕਤ ਦੇਤੀ। ਪ੍ਰਭੂ ਯੀਸ਼ੂ ਸਭ ਨੂੰ ਠੀਕ ਕਰਦੇ ਆ, ਆਪਾਂ ਮੰਨਦੇ ਆ ਉਹ ਈਸਾਈਆਂ ਦੇ ਰੱਬ ਹੈ, ਅਸੀਂ ਵੀ ਮੰਨਦੇ ਆ, ਕੋਈ ਐਸੀ ਗੱਲ ਨਹੀਂ। ਸਤਿਕਾਰ ਕਰਨਾ ਸਿਖਾਇਆ ਸਿੱਖ ਧਰਮ 'ਚ ਸਾਰੇ ਧਰਮਾਂ ਦਾ। ਪਰ ਜਿਹੜੇ ਨਕਲੀ ਲੋਕ ਹੈ ਬੈਨੀਫਿਟ ਲੈ ਰਹੇ ਆ ਔਰ ਉਹ ਬਕਾਇਦਾ ਤੌਰ ਤੇ ਉਹਨਾਂ ਦੇ ਲਈ ਕਾਨੂੰਨ ਬਣਨਾ ਚਾਹੀਦਾ ਹੈ। ਜਾਂ ਆਮ ਆਦਮੀ ਪਾਰਟੀ ਦੇ ਜੇ ਬੁਲਾਰੇ ਇਸ ਪਲੇਟਫਾਰਮ ਤੇ ਹੈਗੇ ਆ ਤਾਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰੂੰਗਾ। ਬਹੁਤੀਆਂ ਸਟੇਟਾਂ 'ਚ ਜਿਹੜਾ ਇਹ ਲਾਲਚ ਦੇ ਕੇ ਧਰਮ ਪਰਿਵਰਤਨ ਕਰਾਉਣ ਦਾ ਕਾਨੂੰਨ ਆ ਬਣ ਚੁੱਕਿਆ। ਇੰਡੀਅਨ ਰੈਮਡੀਜ਼ ਐਕਟ ਦੇ ਤਹਿਤ ਵੀ ਭਾਵੇਂ ਉਹ ਕਿਸੇ ਧਰਮ ਦਾ ਬਾਬਾ ਹੋਵੇ, ਹਿੰਦੂ ਧਰਮ
ਦਾ ਹੋਵੇ, ਸਿੱਖ ਧਰਮ ਦਾ ਹੋਵੇ, ਕਿ ਬਾਬਾ ਹੋਵੇ, ਜੇ ਉਹ ਲਾਲਚ ਦੇ ਕੇ ਧਰਮ ਪਰਿਵਰਤਨ ਕਰ ਰਿਹਾ ਵੀ ਮੈਂ ਦਵਾਈ ਦੇ ਦੂੰਗਾ, ਤੂੰ ਠੀਕ ਹੋ ਜਾਏਗਾ, ਤੂੰ ਮੇਰੇ ਨਾਲ ਆ ਜਾ, ਤਾਂ ਉਹਦੇ ਤੇ ਪਰਚਾ ਦਰਜ ਹੁੰਦਾ। ਤੋਂ ਇਹ ਕਾਨੂੰਨ ਸਖਤੀ ਨਾਲ ਜਿਹੜੇ ਆ ਸਾਡੇ ਇੱਥੇ ਬਣਨੇ ਚਾਹੀਦੇ ਆ। ਲੋਕਾਂ ਨੂੰ ਧਰਮ ਜਿਹੜਾ ਹੈਗਾ ਉਹ ਹਰ ਇੱਕ ਦੀ ਨਿੱਜੀ ਅਪਰੋਚ ਹੈ, ਉਹਦੀ ਨਿੱਜੀ ਆਇਡੈਂਟੀ ਹੈ, ਉਹ ਕਿਸੇ ਵੀ ਧਰਮ 'ਚ ਜਾ ਸਕਦਾ, ਆ ਸਕਦਾ, ਉਹਨੂੰ ਖੁੱਲ੍ਹ ਹੈ ਸਾਡੇ ਸੰਵਿਧਾਨ ਮੁਤਾਬਕ। ਪਰ ਲਾਲਚ ਦੇ ਕੇ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਉਹ ਗੈਰ ਕਾਨੂੰਨੀ ਅਪਰਾਧ ਹੈ ਔਰ ਉਹਨੂੰ ਰੋਕਿਆ ਜਾਣਾ ਚਾਹੀਦਾ। ਦੇਸ਼ ਤੋੜਨ ਦੀ ਸਾਜ਼ਿਸ਼ ਵੀ ਹੋ ਸਕਦੀ ਹੈ। ਜੀ ਬਿਲਕੁਲ। ਸੱਜਣ ਸਿੰਘ ਜੀ, ਜੇ ਆਪਾਂ ਗੱਲ ਕਰੀਏ ਆਮ ਲੋਕਾਂ ਦੀ, ਆਮ ਨਾਗਰਿਕਾਂ ਦੀ ਗੱਲ ਕਰੀਏ, ਤਾਂ ਉਹਨਾਂ ਨੂੰ ਕਿਸੇ ਧਰਮ ਨਾਲ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ। ਉਹਨਾਂ ਨੂੰ ਆਪਣੇ ਆਪ ਨਾਲ, ਆਪਣੇ ਪਰਿਵਾਰ ਨਾਲ ਰਹਿਣਾ ਦੇਣਾ ਹੁੰਦਾ। ਉਹਨਾਂ ਨੂੰ ਹੁੰਦਾ ਕਿ ਸਾਡੇ ਬੱਚਿਆਂ ਦੀ ਸਿੱਖਿਆ ਚੰਗੀ ਹੋਵੇ, ਸਾਨੂੰ ਸਿਹਤ ਸਹੂਲਤਾਂ ਚੰਗੀਆਂ ਮਿਲਣ, ਅਤੇ ਸਾਡਾ ਜੋ ਘਰ ਦਾ ਚੁੱਲ੍ਹਾ ਚੌਂਕਾ ਉਹ ਚੱਲਦਾ ਰਹੇ, ਉਹ ਸਾਡੇ ਜ਼ਿੰਦਗੀ ਜੋ ਜੀਣ ਦਾ ਪੱਧਰ ਹੈ ਸਾਡਾ ਉਹ ਵਧੀਆ ਰਹੇ। ਅਤੇ ਇਹਦੇ ਲਈ ਉਹ ਕਿਸੇ ਵੀ ਦਰ 'ਤੇ ਜਾਂਦੇ ਨੇ, ਕਿਸੇ ਗੁਰਦੁਆਰੇ, ਕਿਸੇ ਮੰਦਿਰ, ਕਿਸੇ ਮਸਜਿਦ, ਹਰ ਥਾਂ ਜਾਂਦੇ ਨੇ। ਅਤੇ ਉਹ ਜਿਹੜੇ ਇਹੋ ਜਿਹੇ ਡੇਰੇ ਆ, ਜਿਹੜੇ ਇਹੋ ਜਿਹੇ ਨਕਲੀ ਪਾਸਟਰ ਹੈਗੇ ਆ ਜਾਂ ਨਕਲੀ ਡੇਰੇ ਆ, ਨਕਲੀ ਬਾਬੇ ਆ, ਜਿਹੜੇ ਉਹਨਾਂ ਦੇ ਚੁੰਗਲ ਦੇ ਵਿੱਚ ਫਸ ਕੇ ਮਾਨਸਿਕ ਤੌਰ 'ਤੇ ਬਿਮਾਰ ਹੁੰਦੇ ਆ, ਉਸ ਬਿਮਾਰੀ ਤੋਂ ਬਚਾਉਣ ਲਈ ਕੀ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ? ਬਹੁਤ ਇਹੀ ਬੇਸਿਕ ਕੁਐਸਚਨ ਹੀ ਇਹ ਹੈ ਜੀ। ਲੋਕਾਂ ਦੀ ਗਰੀਬ ਮਾਨਸਿਕਤਾ ਦਾ ਫਾਇਦਾ ਉਠਾਇਆ ਜਾਂਦਾ, ਉਹਨਾਂ ਦੀ ਆਰਥਿਕ ਜਿਹੜੀ ਸਥਿਤੀ ਹੈ ਉਹਦਾ ਫਾਇਦਾ ਉਠਾਇਆ ਜਾਂਦਾ, ਜਾਂ ਇਹ ਕਹਿ ਲਓ ਕਿ ਉਹ ਲੋਕ ਵੀ ਖੁਦ ਕੋਈ ਰਸਤਾ ਲੱਭਦੇ ਨੇ। ਇੱਕ ਵਿਅਕਤੀ ਪਤਾ ਹੈ ਕਿ ਮੈਂ ਕੈਂਸਰ ਤੋਂ ਪੀੜਤ ਹਾਂ, ਉਹ ਫਿਰ ਵੀ ਆਪਣਾ ਇਲਾਜ ਕਰਾਉਣ ਦੀ ਜਗ੍ਹਾ ਉਹਨੂੰ ਪਤਾ ਹੈ ਕਿ ਮੈਂ ਅਫੋਰਡ ਨਹੀਂ ਕਰ ਸਕਦਾ, ਜਾਂ ਮੈਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਸਹੂਲਤ ਪ੍ਰੋਪਰ ਨਹੀਂ ਹੈ, ਉਹ ਧਾਗੇ ਤਵੀਤ ਜਾਂ ਤਾਂਤਰਿਕ ਲੋਕ ਜਿਹੜੇ ਹੈਗੇ ਉਹਨਾਂ ਦੇ ਕੋਲ ਜਾ ਕੇ ਉਹ ਸਹਾਰਾ ਲੱਭਦਾ। ਜੀ, ਪਹਿਲੇ ਤੇ ਗੱਲ ਮੇਰੀ ਬੇਨਤੀ ਇਹ ਹੈ ਕਿ ਇਹ ਮਸਲਾ ਸਿਰਫ ਸਿੱਖ ਧਰਮ ਔਰ ਕ੍ਰਿਸਚੈਨਿਟੀ ਦਾ ਨਹੀਂ ਹੈ ਜੀ, ਇਹ ਦੂਸਰੇ ਧਰਮਾਂ ਦੇ ਨਾਲ ਵੀ ਉਨਾ ਹੀ ਜੁੜਿਆ ਹੋਇਆ ਹੈ। ਜਿੱਥੇ ਕਿਸੇ ਨੂੰ ਕੋਈ ਰਿਲੀਫ ਮਿਲਦਾ ਉਸ ਪਾਸੇ ਵੱਲ ਨੂੰ ਉਹ ਟਿਲਟ ਕਰ ਜਾਂਦਾ ਹੈ। ਲੇਕਿਨ ਮਸਲਾ ਬੇਸਿਕਲੀ ਆਰਥਿਕਤਾ ਦਾ ਹੈ ਜਾਂ ਸਮਾਜਿਕ ਵਿਤਕਰੇ ਦਾ ਹੈ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਡੇਰਾਵਾਦ ਇੰਨਾ ਫੈਲਿਆ ਪਿਛਲੇ ਸਮਿਆਂ ਦੇ ਵਿੱਚ, ਉਹਦਾ ਕੀ ਧਰਮ ਹੈ? ਜੀ, ਉਹ ਕਿੱਥੇ ਖੜੇ ਨੇ? ਉਹ ਇੱਕ ਆਪਣੀ ਨਵੀਂ ਲਾਈਨ ਕੱਢ ਕੇ ਇੱਕ ਨਵਾਂ ਡੇਰਾ ਸਟੈਬਲਿਸ਼ ਹੁੰਦਾ, ਉਹਨਾਂ ਦੇ ਆਪਣੇ ਹੀ ਪੈਰਾਮੀਟਰਸ ਬਣਦੇ ਨੇ। ਦੇਖੋ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ। ਤੁਹਾਡੇ ਸਾਹਮਣੇ ਡੈਨਮਾਰਕ ਵਰਗੇ ਯੂਰਪੀਅਨ ਕਈ ਐਡਵਾਂਸ ਕੰਟਰੀ ਨੇ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਾਂਗਰਸ ਦੇ ਸਾਥੀ ਨੇ ਮੇਰੇ ਨੇ, ਜੀ, ਕਿ ਲੋਕ ਧਰਮ ਤੋਂ ਪਿੱਛੇ ਹਟ ਕੇ ਇੰਨੇ ਆਪਣੇ ਰੁਝੇਵਿਆਂ 'ਚ ਉਲਝ ਗਏ ਨੇ ਕਿ ਉਹਨਾਂ ਦੇ ਲਈ ਇਹਨਾਂ ਮੁੱਦਿਆਂ ਦੇ ਉੱਤੇ ਡਿਸਕਸ ਕਰਨ ਦੇ ਲਈ ਸਮਾਂ ਹੀ ਨਹੀਂ ਹੈ। ਮੈਂ ਕਹਿੰਦਾ ਕਿ ਜਿਹੜਾ ਧਰਮ ਹੈ ਉਹ ਵਿਅਕਤੀਗਤ ਮਾਮਲਾ ਹੈ, ਵਿਅਕਤੀਗਤ ਮਾਮਲਾ ਹੈ, ਉਹਨੂੰ ਵਿਅਕਤੀਗਤ ਹੀ ਰਹਿਣ ਦਿਓ। ਜਿੱਥੇ ਕਿਸੇ ਨੂੰ ਚੰਗਾ ਲੱਗਦਾ ਉੱਥੇ ਉਹ ਜਾ ਸਕਦਾ ਹੈ। ਨੰਬਰ 1, ਕੋਹਰਸ਼ਨ ਨਹੀਂ ਹੋਣੀ ਚਾਹੀਦੀ, ਉਹਦੇ 'ਤੇ ਦਬਾਅ ਪਾ ਕੇ ਉਹਦੀ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ, ਉਹ ਗਲਤ ਗੱਲ ਹੈ। ਜੀ, ਦੂਸਰੀ ਗੱਲ ਇਹ ਹੈ ਕਿ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੇ ਸਹੀ ਮਾਇਨਿਆਂ 'ਚ ਬਚਣਾ। ਜਦੋਂ ਕੋਈ ਕ੍ਰਿਮੀਨਲ ਆਦਮੀ ਕਿਸੇ ਡੇਰੇ ਦਾ ਹੈੱਡ ਰੇਪ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਹੋਵੇ, ਫਿਰ ਉਹਨੂੰ Z+ ਸਿਕਿਉਰਿਟੀ ਜਾਂ Y+ ਸਿਕਿਉਰਿਟੀ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਮਤਲਬ ਲੁਭਾਣੇ, ਉਹ ਮੈਨੂੰ ਸਮਝ ਨਹੀਂ ਆਉਂਦੀ। ਕਈ ਵਾਰੀ ਅਸੀਂ ਸੋਚਦੇ ਹਾਂ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ, ਉਹ ਕਿਸੇ ਵੀ ਧਰਮ ਦਾ ਹੋਵੇ, ਜੀ, ਬਟ ਉਹ ਕਿਤੇ ਨਾ ਕਿਤੇ ਰਾਜਨੀਤਿਕ ਪ੍ਰੋਟੈਕਸ਼ਨ ਲੈ ਕੇ ਅੱਗੇ ਵਧਦੇ ਨੇ। ਇਹ ਕਿਉਂ? ਫਿਰ ਉਹਦੇ ਚੇਲਿਆਂ ਦੇ ਵਿੱਚ, ਉਹਦੇ ਬਾਲਕਿਆਂ ਦੇ ਵਿੱਚ ਜਾਂ ਉਹਨੂੰ ਮੰਨਣ ਵਾਲਿਆਂ ਦੇ ਵਿੱਚ ਕਮੀ ਕਿਸ ਤਰ੍ਹਾਂ ਆਏਗੀ? ਜਦੋਂ ਤੱਕ ਉਹਨਾਂ ਲੋਕਾਂ ਨੂੰ ਇਹਦੀ ਪਨਿਸ਼ਮੈਂਟ ਨਹੀਂ ਮਿਲਦੀ, ਉਦੋਂ ਤੱਕ ਇਹਦੇ ਵਿੱਚ ਸੁਧਾਰ ਆਉਣਾ ਬਹੁਤ ਔਖਾ। ਦੂਸਰੀ ਗੱਲ, ਸਰਕਾਰਾਂ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ, ਕੋਈ ਵੀ ਹੋਵੇ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਹਰਿਆਣਾ ਹੈ, ਤੇ ਚਾਹੇ ਸੈਂਟਰ ਹੈ, ਚਾਹੇ ਕੋਈ ਹੋਰ ਸਟੇਟ ਹੈ। ਸਾਡੇ ਜਿਹੜੀਆਂ ਬੇਸਿਕ ਚੀਜ਼ਾਂ ਨੇ ਲੋਕਾਂ ਦੀਆਂ, ਉਹ ਸਹੂਲਤਾਂ ਲੋਕਾਂ ਨੂੰ ਅਡਾਪਟ ਕਰਨੀਆਂ ਚਾਹੀਦੀਆਂ ਨੇ, ਲੋਕਾਂ ਨੂੰ ਪ੍ਰੋਵਾਈਡ ਕਰਾਉਣੀਆਂ ਚਾਹੀਦੀਆਂ ਨੇ, ਤਾਂ ਜੋ ਲੋਕ ਕਮ ਸੇ ਕਮ ਕਿਸੇ ਆਰਥਿਕ ਤੰਗੀ ਕਰਕੇ ਜਾਂ ਕਿਸੇ ਸਮਾਜਿਕ ਸ਼ੋਸ਼ਣ ਕਰਕੇ ਧਰਮ ਪਰਿਵਰਤਨ ਨਾ ਕਰਨ। ਇਹਨਾਂ ਹਾਲਾਤਾਂ ਦੇ ਵਿੱਚ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਮੈਂ ਤਾਂ ਸਮਝਦਾ ਕਿ ਪੰਜਾਬੀਆਂ ਨੂੰ ਤਾਂ ਬਾਬਾ ਨਾਨਕ ਪੜ੍ਹਨਾ ਚਾਹੀਦਾ, ਬਾਬਾ ਨਾਨਕ ਨੂੰ ਅੰਡਰਸਟੈਂਡ ਕਰਨਾ ਚਾਹੀਦਾ। ਉਹ ਸਾਨੂੰ ਕਿਸ ਤਰ੍ਹਾਂ ਦਾ ਰਸਤਾ ਦੇ ਗਏ, ਪਖੰਡਾਂ ਤੋਂ ਉਹਨਾਂ ਨੇ ਜਿਹੜੀਆਂ ਸਮਾਜਿਕ ਕੁਰੀਤੀਆਂ ਉਹਦੇ ਖਿਲਾਫ ਕਿਸ ਤਰ੍ਹਾਂ ਦਾ ਉਹਨਾਂ ਨੇ ਪ੍ਰਚਾਰ ਕੀਤਾ,
ਕਿਸ ਤਰ੍ਹਾਂ ਦੀ ਸਾਡੇ ਸਾਹਮਣੇ ਇੱਕ ਰੂਪ ਰੇਖਾ ਦਿੱਤੀ, ਅਸੀਂ ਫਿਰ ਵੀ ਕਿਤੇ ਨਾ ਕਿਤੇ ਕੁਰਾਹੇ ਪੈ ਰਹੇ ਹਾਂ। ਸਾਡਾ ਸਾਇੰਟੀਫਿਕ ਨਜ਼ਰੀਆ ਕਮਜ਼ੋਰ ਹੋ ਗਿਆ ਹੈ, ਤਰਕਸ਼ੀਲਤਾ ਖਤਮ ਹੋ ਗਈ ਸਾਡੇ 'ਚ। ਜਦੋਂ ਇਦਾਂ ਦੇ ਨੌਬਤਾਂ ਆਉਂਦੀਆਂ ਨੇ ਤੇ ਫਿਰ ਤੁਹਾਡੀ ਕਮਜ਼ੋਰ ਮਾਨਸਿਕਤਾ ਦਾ ਇਹ ਲੋਕ, ਉਹ ਕੋਈ ਵੀ ਹੋਵੇ, ਡੇਰਾਵਾਦ ਹੋਵੇ, ਕੋਈ ਹੋਰ ਅਦਾਰਾ ਹੋਵੇ, ਉਹ ਤੁਹਾਡਾ ਨਜਾਇਜ਼ ਫਾਇਦਾ ਹਮੇਸ਼ਾ ਚੁੱਕਦੇ ਨੇ ਜੀ। ਇਹਨਾਂ ਦੇ ਹੱਲ ਕੱਢਣੇ ਚਾਹੀਦੇ ਨੇ। ਅੱਜ ਨਾ ਪੰਜਾਬ ਖਤਰੇ 'ਚ, ਨਾ ਧਰਮ ਖਤਰੇ 'ਚ। ਮੈਂ ਸਮਝਦਾ ਜੇ ਖਤਰਾ ਹੈ ਤਾਂ ਇਨਸਾਨੀਅਤ ਖਤਰੇ 'ਚ ਹੈ। ਸਾਡਾ ਭਾਈਚਾਰਾ ਨਾ ਖਤਮ ਹੋਵੇ। ਅਸੀਂ ਕਿਸੇ ਨੂੰ ਮੰਨੀਏ, ਏ ਨੂੰ ਮੰਨੀਏ, ਬੀ ਨੂੰ ਮੰਨੀਏ, ਸੀ ਨੂੰ ਮੰਨੀਏ, ਜੋਰਾ ਜਰ ਵੀ ਨਾ ਕਿਸੇ ਨੂੰ ਕਨਵਰਟ ਹੋਵੇ। ਲੇਕਿਨ ਸਾਡੇ ਕੋਲ ਇੱਕ ਤਰਕ ਹੋਣਾ ਚਾਹੀਦਾ, ਕਿਸੇ ਚੀਜ਼ ਨੂੰ ਸਮਝ ਕੇ ਫਿਰ ਅਸੀਂ ਉਹਨੂੰ ਅਡਾਪਟ ਕਰੀਏ। ਜੀ ਬਿਲਕੁਲ ਸਰ, ਜਦੋਂ ਆਪਾਂ ਗੱਲ ਕਰਦੇ ਹਾਂ ਹੁਣ ਲਾਅ ਐਂਡ ਆਰਡਰ ਦੀ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਇਕਨੋਮਿਕਸ ਦੀ ਗੱਲ ਕਰੀਏ। ਜੇ ਪੰਜਾਬ ਦੀ ਇਕਨੋਮਿਕਸ ਦੀ ਗੱਲ ਕਰਦੇ ਹਾਂ, ਦੇਸ਼ ਦੀ ਫਾਈਨਾਂਸ ਦੀ ਗੱਲ ਕਰਦੇ ਹਾਂ, ਤਾਂ ਡੇਰਾਵਾਦ ਕਿਤੇ ਨਾ ਕਿਤੇ ਸਾਨੂੰ ਇਕਨੋਮਿਕਲੀ ਵੀ ਸਰਕਾਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਸੀਂ ਆਪ ਦੇਖਦੇ ਹਾਂ ਕਿ ਕਿੰਨੀਆਂ ਸੰਸਥਾਵਾਂ ਸਿਰਜੀਆਂ ਜਾਂਦੀਆਂ, ਕਿੰਨੀਆਂ ਫਾਊਂਡੇਸ਼ਨਸ ਬਣਾਈਆਂ ਜਾਂਦੀਆਂ, ਕਿੰਨੇ NGOs ਬਾਬਿਆਂ ਵੱਲੋਂ, ਡੇਰਿਆਂ ਵੱਲੋਂ ਬਣਾਏ ਜਾਂਦੇ ਆ, ਅਤੇ ਕਿਸ ਤਰੀਕੇ ਨਾਲ ਟੈਕਸ ਚੋਰੀ ਕੀਤਾ ਜਾਂਦਾ ਹੈ, ਪਬਲਿਕ ਮਨੀ ਚੋਰੀ ਕੀਤੀ ਜਾਂਦੀ ਹੈ ਡੇਰਿਆਂ ਵੱਲੋਂ ਵੀ। ਅਤੇ ਉਹਦੇ ਲਈ ਪਰਮਿੰਦਰ ਜੀ ਤੁਹਾਡੇ ਤੋਂ ਸਵਾਲ ਕਰਦਾ ਮੈਂ ਕਿ ਜਿਹੜਾ ਉਹ ਟੈਕਸ ਚੋਰੀ ਹੁੰਦਾ ਹੈ, ਲੋਕਾਂ ਨੂੰ ਭਰਮਾਉਣ ਦਾ ਕੰਮ ਇੱਕ ਪਾਸੇ, ਟੈਕਸ ਚੋਰੀ ਇੱਕ ਪਾਸੇ, ਅਤੇ ਲੋਕਾਂ ਦੀਆਂ ਜ਼ਮੀਨਾਂ ਹੜਪਣਾ ਅਤੇ ਹੋਰ ਕਈ ਤਰੀਕੇ ਦੀ ਇਲੀਗਲ ਐਕਟੀਵਿਟੀਜ਼ ਸ਼ੁਰੂ ਕਰਨੀਆਂ ਡੇਰਾਵਾਦ ਦੇ ਇੱਕ ਆੜ ਦੇ ਵਿੱਚ, ਉਹਨੂੰ ਕਿਵੇਂ ਸੁਧਾਰਿਆ ਜਾ ਸਕਦਾ? ਉਹਦੇ 'ਤੇ ਕਿਵੇਂ ਰੇਕੀ ਕਰਕੇ ਜਾਂ ਕਿਸੇ ਹੋਰ ਤਰੀਕੇ ਕਿਵੇਂ ਉਹਨੂੰ ਫੜਿਆ ਜਾ ਸਕਦਾ ਅਤੇ ਉਹਨੂੰ ਰੋਕਿਆ ਜਾ ਸਕਦਾ? ਜੀ ਤੁਸੀਂ ਬੜਾ ਵੱਡਾ ਸਵਾਲ ਕੀਤਾ। ਇਹ ਇਕੱਲਾ ਜਿਹੜੇ ਡੇਰਿਆਂ ਵੱਲੋਂ ਜ਼ਮੀਨਾਂ 'ਤੇ ਕਬਜ਼ਾ ਕਰਨਾ, ਇਹਨੂੰ ਇਕੱਲਾ ਕ੍ਰਿਸਚਨਾਂ ਨਾਲ ਨਾ ਜੋੜਿਆ ਜਾਵੇ। ਪੰਜਾਬ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਡੇਰੇ ਨੇ ਜਿਨ੍ਹਾਂ ਨੇ ਜ਼ਮੀਨਾਂ 'ਤੇ ਕਬਜ਼ਾ ਕੀਤੇ, ਲੋਕਾਂ ਦੀਆਂ ਜ਼ਮੀਨਾਂ 'ਤੇ ਵੀ ਕਬਜ਼ੇ ਕੀਤੇ, ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਵੀ ਕੀਤੇ, ਅਤੇ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਕੇ ਉਹਨਾਂ ਨੂੰ ਜਾਂਦੇ ਰਾਹਾਂ ਨੂੰ ਕਬਜ਼ਾ ਕਰ ਲੱਭ ਲਿਆ ਤਾਂ ਜੋ ਲੋਕ ਉਸ ਰਸਤੇ ਜਾ ਨਾ ਸਕਣ ਅਤੇ ਆਪਣੀ ਜਬਰੀਆਂ ਜ਼ਮੀਨਾਂ ਉਸ ਡੇਰੇ ਨੂੰ ਸੌਂਪ ਦੇਣ। ਪਿਛਲੇ ਦਿਨੀ ਤੁਸੀਂ ਦੇਖਿਆ ਬਿਆਸ ਦੇ ਵਿੱਚ ਬੜਾ ਵੱਡਾ ਵਿਵਾਦ ਵੀ ਪੈਦਾ ਹੋਇਆ। ਉਹਦਾ ਵੀ ਇੱਕ ਕਾਰਨ ਸੀ, ਸਰਕਾਰਾਂ ਚਾਹੇ ਪੰਜਾਬ ਦੇ ਵਿੱਚ ਹੋਣ ਚਾਹੇ ਕੇਂਦਰ ਦੇ ਵਿੱਚ ਹੋਣ, ਉਹ ਵੋਟ ਬੈਂਕ ਦੀ ਰਾਜਨੀਤੀ ਦੀ ਭੇਟ ਚੜ੍ਹ ਕੇ ਡੇਰਿਆਂ ਨੂੰ ਪ੍ਰਫੁੱਲਤ ਕਰ ਰਹੀਆਂ ਨੇ। ਤੇ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਉਹ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਪੈਦਾ ਹੋ ਰਿਹਾ। ਦੇਖੋ, ਜੇ ਗਰੀਬੀ ਦੀ ਗੱਲ ਕਰੀਏ, ਗਰੀਬੀ ਸਾਰੇ ਦੇਸ਼ ਦੇ ਵਿੱਚ ਹੈਗੀ। ਪੰਜਾਬ ਤੋਂ ਬਹੁਤ ਜ਼ਿਆਦਾ ਗਰੀਬ ਨੇ ਬਿਹਾਰ ਦੇ, ਝਾਰਖੰਡ, ਯੂਪੀ ਦੇ ਕਈ ਐਸੇ ਜ਼ਿਲ੍ਹੇ ਨੇ ਜਿੱਥੋਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ, ਔਰ ਉੱਥੋਂ ਦੇ ਲੋਕ ਪੰਜਾਬ ਦੇ ਵਿੱਚ ਆ ਕੇ ਆਪਣੀ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਆਉਂਦੇ ਨੇ। ਉਹਨਾਂ ਨੇ ਤਾਂ ਧਰਮ ਕੋਈ ਨਾ ਬਦਲਿਆ। ਕੇਵਲ ਤੇ ਕੇਵਲ ਜਿਹੜੇ ਪੰਜਾਬ ਦੇ ਵਿੱਚ ਸਿੱਖ ਵਸਦੇ ਨੇ ਜਾਂ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਵਸਦੇ ਨੇ, ਜਿਹੜੇ ਐਸਸੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦਾ ਹੀ ਧਰਮ ਪਰਿਵਰਤਨ ਕਿਉਂ ਹੋ ਰਿਹਾ ਜੀ? ਇਹ ਇੱਕ ਸਾਜ਼ਿਸ਼ ਅਧੀਨ ਅਜਿਹੇ ਲੋਕਾਂ ਨੂੰ ਪੰਜਾਬ ਦੇ ਵਿੱਚ ਛੱਡਿਆ ਗਿਆ ਤਾਂ ਜੋ ਇਹ ਸਿੱਖਾਂ ਦਾ ਤੇ ਹੋਰਾਂ ਲੋਕਾਂ ਦਾ ਧਰਮ ਨੂੰ ਤਬਦੀਲ ਕਰਾਉਣ। ਤੋਂ ਬਾਅਦ ਉਹ ਜਿਹੀ ਹਰਕਤਾਂ ਕਰਨ ਜਿਹਦੇ ਨਾਲ ਪੰਜਾਬ ਦੇ ਵਿੱਚ ਸਿੱਖਾਂ ਦਾ ਤੇ ਉਹਨਾਂ ਦਾ ਕਲੈਸ਼ ਹੋ ਜਾਵੇ। ਇਹ ਮੈਂ ਸਮਝਦਾ ਕਿ ਬੜੀ ਵੱਡੀ ਸਾਜ਼ਿਸ਼ ਹੈ। ਅੱਜ ਗੱਲ ਕਰ ਰਹੇ ਹਾਂ ਅਸੀਂ ਜਬਰੀ ਧਰਮ ਪਰਿਵਰਤਨ ਦੀ। ਸਿੱਖਾਂ ਦੀ ਲੰਮੇ ਸਮੇਂ ਤੋਂ ਮੰਗ ਹੈ। ਸਾਰੀਆਂ ਸਿਆਸੀ ਪਾਰਟੀਆਂ, ਉਹਨਾਂ ਦੀ ਕੇਂਦਰ ਦੇ ਵਿੱਚ ਸਰਕਾਰ ਰਹੀ ਹੈ, ਸਮੇਂ-ਸਮੇਂ ਤੇ ਮੰਗ ਉੱਠਦੀ ਰਹੀ ਵੀ ਧਾਰਾ 25(20) 'ਚ ਸੋਧ ਕੀਤੀ ਜਾਵੇ। ਧਾਰਾ 25(20) ਤਾਂ ਸਿੱਖਾਂ ਨੂੰ ਹੀ ਹਿੰਦੂਆਂ ਦਾ ਹਿੱਸਾ ਦੱਸੀ ਜਾਂਦੀ ਹੈ। ਸਾਡੀ ਤਾਂ ਅੱਜ ਤੱਕ ਇਹ ਮੰਗ ਹੀ ਨਹੀਂ ਪ੍ਰਵਾਨ ਹੋਈ। ਸੋ ਇਹ ਬੜੀਆਂ, ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਵੀ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ। ਤੇ ਪੰਜਾਬ ਦੇ ਵਿੱਚ ਵੀ ਇਕੱਲਾ ਕ੍ਰਿਸਚਨਾਂ ਦਾ ਡੇਰਾਵਾਦ ਹੀ ਨਹੀਂ, ਜਿਹੜਾ ਸਿੱਖਾਂ ਦਾ ਡੇਰਾਵਾਦ ਹੈ, ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਵੀ ਮਾਨਤਾ ਪ੍ਰਾਪਤ ਨਹੀਂ। ਸ਼੍ਰੋਮਣੀ ਕਮੇਟੀ ਛੱਡ ਲਈ, ਚਲੋ ਪ੍ਰਬੰਧ ਕਰਦੀ ਗੁਰੂ ਘਰਾਂ ਦਾ, ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ। ਲੇਕਿਨ ਉਹ ਵੀ ਅੱਜ ਇੰਨੇ ਵੱਡੇ ਪੱਧਰ ਤੇ ਜ਼ੋਰ ਫੜਦੇ ਜਾ ਰਹੇ ਨੇ। ਉਹਨਾਂ ਸਾਰਾ ਦਾ ਸਾਰਾ ਉਹਨਾਂ ਦਾ ਪ੍ਰਚਾਰ ਹੈ ਉਹ ਸਿੱਖ ਧਰਮ ਨੂੰ ਢਾਹ ਲਾਉਣ ਵਾਲਾ, ਸਿੱਖੀ ਦੇ ਸਿਧਾਂਤਾਂ ਨੂੰ ਢਾਹ ਲਾਉਣ ਵਾਲਾ। ਇਹਦੇ ਵਾਸਤੇ ਇੱਕ ਸਾਜ਼ਿਸ਼ ਅਧੀਨ ਮੈਂ ਸਮਝਦਾ ਮੈਂ ਸਾਰਾ ਕੁਝ ਕੀਤਾ ਜਾ ਰਿਹਾ। ਆਰਥਿਕਤਾ ਇੱਕ ਕਾਰਨ ਹੈ, ਲੇਕਿਨ ਇਕੱਲਾ ਕਾਰਨ ਆਰਥਿਕਤਾ ਹੀ ਨਹੀਂ। ਇਹਦੇ ਪਿੱਛੇ ਵੱਡੇ ਵੱਡੇ ਰਾਜਸੀ ਕਾਰਨ ਨੇ। ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਖੁੱਲ੍ਹਾ ਛੱਡਿਆ ਗਿਆ ਵੀ ਜਿਸ ਤਰ੍ਹਾਂ ਇਹ ਜੋ ਮਰਜ਼ੀ ਕਰਨ, ਇਹਨਾਂ ਨੂੰ ਕੋਈ ਵੀ ਹੱਥ ਨਾ ਪਾਵੇ। ਔਰ ਇਹਨਾਂ ਦੇ ਲੋਕ ਤੁਸੀਂ ਥਾਣਿਆਂ ਕਚਹਿਰੀਆਂ ਦੇ ਵਿੱਚ ਸ਼ਰੇਆਮ ਬਤੌਰ ਪੁਲਿਸ ਦੇ ਟਾਊਟ ਬਣ ਕੇ ਤੁਸੀਂ ਘੁੰਮਦੇ ਵੇਖੋਗੇ। ਇਹਨਾਂ ਦੇ ਪਹਿਲ ਦੇ ਆਧਾਰ ਤੇ ਕੰਮ ਹੁੰਦੇ ਨੇ। ਪਿੰਡਾਂ ਦੇ ਵਿੱਚ ਜੇ ਕਿਸੇ ਬੰਦੇ ਦਾ ਕੋਈ ਮਾੜਾ ਮੋਟਾ ਵਿਵਾਦ ਹੈ, ਉਹਦੀ ਕੋਈ ਬਾਂਹ ਨਹੀਂ ਫੜਦਾ, ਉਹ ਜਿਹੇ ਡੇਰੇਦਾਰ ਦੇ ਮਗਰ ਲੱਗ ਜਾਂਦਾ। ਉਹ ਡੇਰੇਦਾਰ ਕਿਸੇ ਪੁਲਿਸ ਵਾਲੇ ਦਾ ਟਾਊਟ ਹੁੰਦਾ ਤੇ ਉਹਦਾ ਕੰਮ ਕਰਾ ਦਿੰਦਾ। ਤੇ ਲੋਕ ਕਹਿੰਦੇ ਨੇ ਵੀ ਇਹਦੀ ਬੜੀ ਚੱਲਦੀ ਹੈ, ਸਾਨੂੰ ਲੋੜ ਪੈ ਜਾਊਗੀ
ਤੇ ਸਾਡੇ ਧਰਮ ਦੇ ਵਿੱਚ ਸਾਡੇ ਨਾਲ ਅਨਿਆਂ ਹੋ ਰਿਹਾ ਤੇ ਉਹ ਲੋਕ ਆਪਣਾ ਧਰਮ ਛੱਡ ਕੇ ਇਹਨਾਂ ਦੇ ਮਗਰ ਜਾ ਲੱਗਦੇ ਨੇ। ਲੇਕਿਨ ਇਹਨਾਂ ਨੂੰ ਮਗਰ ਲਾਉਣ ਵਾਲੇ ਜਿਹੜੇ ਨੇ ਉਹ ਇੱਕ ਸਾਜ਼ਿਸ਼ ਅਧੀਨ ਲਾ ਰਹੇ ਨੇ। ਇਹਦੇ ਪ੍ਰਤੀ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਸੱਚਮੁੱਚ ਗੰਭੀਰਤਾ ਦੇ ਨਾਲ ਕੰਮ ਕਰਨ ਦੀ ਲੋੜ ਹੈ ਜੀ। ਜਸਪ੍ਰੀਤ ਜੀ, ਜੇ ਆਪਾਂ ਗੱਲ ਕਰਦੇ ਹਾਂ, ਹੁਣ ਗੱਲ ਆਉਂਦੀ ਹੈ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਤੇ ਰਾਜਨੀਤਿਕ ਪਾਰਟੀਆਂ ਦੀ, ਕਿਉਂਕਿ ਜੇ ਦੇਖੀਏ ਆਪਾਂ ਗਰਾਊਂਡ ਲੈਵਲ ਤੋਂ ਚੱਲੀਏ ਤਾਂ ਪਿੰਡ ਦਾ ਸਰਪੰਚ ਹੁੰਦਾ ਹੈ, ਪਿੰਡ ਦੇ ਸਰਪੰਚ ਨੇ ਲੋਕਾਂ ਦੇ ਕੰਮ ਕਰਵਾਉਣੇ ਆ। ਜਦੋਂ ਪਿੰਡ ਦਾ ਸਰਪੰਚ ਲੋਕਾਂ ਦੇ ਕੰਮ ਕਰਵਾਉਣ ਦੇ ਵਿੱਚ ਨਾਕਾਮਯਾਬ ਹੁੰਦਾ ਹੈ, ਪਿੰਡ ਦਾ ਸਰਪੰਚ ਲੋਕਾਂ ਦੇ ਪੱਖ 'ਚ ਖੜਨ 'ਚ ਨਾਕਾਮਯਾਬ ਹੁੰਦਾ ਹੈ, ਫਿਰ ਲੋਕ ਇਹੋ ਜਿਹੇ ਡੇਰਿਆਂ ਦੇ, ਇਹੋ ਜਿਹੇ ਲੋਕਾਂ ਦੇ ਚੁੰਗਲ ਦੇ ਵਿੱਚ ਫਸਦੇ ਆ, ਉਹ ਉਹਨਾਂ ਕੋਲ ਜਾਂਦੇ ਆ। ਉਹੀ ਕਰਪਸ਼ਨ ਵੀ ਆਉਂਦੀ ਹੈ ਸਿਸਟਮ ਦੇ ਵਿੱਚ, ਵੀ ਕਰਪਸ਼ਨ ਵੀ ਇੱਕ ਜ਼ਿੰਮੇਦਾਰ ਹੈ ਕਿ ਲੋਕਾਂ ਨੂੰ ਭਰਮਾਉਣ ਦੇ ਵਿੱਚ, ਲਾਲਚਾਂ ਦੇ ਵਿੱਚ ਲਿਆਉਣ ਦੇ, ਕਿਉਂਕਿ ਸਿੱਖਿਆ, ਸਿਹਤ ਸਹੂਲਤਾਂ ਤੇ ਕਾਨੂੰਨ ਵਿਵਸਥਾ, ਇਹ ਚੀਜ਼ਾਂ 3-4 ਹੁੰਦੀਆਂ ਜਿਹੜੀਆਂ ਬੇਸਿਕ ਲੋਕਾਂ ਨੂੰ ਚਾਹੀਦੀਆਂ ਹੁੰਦੀਆਂ। ਜਦੋਂ ਸਿਸਟਮ ਤੋਂ ਇਹ ਚੀਜ਼ਾਂ ਨਹੀਂ ਮਿਲਦੀਆਂ, ਫਿਰ ਲੋਕ ਕਿਸੇ ਧਰਮ ਦੇ ਠੇਕੇਦਾਰ ਕੋਲ ਇਹ ਚੀਜ਼ ਦੀ ਉਮੀਦ ਕਰਦੇ ਆ, ਤੇ ਉਹਨੂੰ ਰਾਜਨੀਤਿਕ ਤੌਰ ਤੇ ਜੇ ਬਦਲਾਅ ਆਵੇ ਤਾਂ ਕਿਹੋ ਜਿਹਾ ਬਦਲਾਅ ਆਵੇ? ਦੇਖੋ ਜੀ, ਰਾਜਨੀਤਿਕ ਤੌਰ ਦੇ ਉੱਤੇ ਇਸ ਚੀਜ਼ਾਂ ਦੇ ਬਦਲਾਅ ਬਹੁਤ ਜ਼ਰੂਰੀ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਜੇ ਆਪਾਂ ਪਿੰਡਾਂ ਦੇ ਵਿੱਚ ਗੱਲ ਕਰੀਏ ਸਰਪੰਚਾਂ ਦੀ ਜਾਂ ਪੰਚਾਂ ਦੀ, ਦੇਖੋ ਜਿਹੜਾ ਇਸ ਟਾਈਮ ਪਿੰਡਾਂ ਦੇ ਵਿੱਚ ਜੇ ਆਪਾਂ ਜਨਰਲੀ ਗੱਲ ਕੀਤੀ ਜਾਵੇ ਤਾਂ ਉੱਥੇ ਰਾਜਸੀ ਪਾਰਟੀਆਂ ਹਾਵੀ ਨੇ। ਸੋ ਇੱਕ ਪਾਰਟੀ ਜਾਂ ਦੂਜੀ ਪਾਰਟੀ ਦਾ ਸਰਪੰਚ ਜੇ ਕੋਈ ਦੂਜੀ ਪਾਰਟੀ ਦਾ ਬਣ ਜਾਂਦਾ ਤਾਂ ਉਹ ਜਿਹੜੀ ਉਹਦੀ ਐਂਟੀ ਪਾਰਟੀ ਆ ਉਹਦੇ ਕੰਮ ਨਹੀਂ ਕਰਦਾ। ਜੋ ਇਹ ਇੱਕ ਲੋਕਾਂ ਦੀ ਇੱਕ ਸੋਚ ਸਮਝ ਹੀ ਪਿੰਡਾਂ ਦੀ ਇਸ ਤਰੀਕੇ ਦੀ ਹੋ ਚੁੱਕੀ ਹੈ। ਸੋ ਇਹਨੂੰ ਬਦਲਣ ਦੀ ਲੋੜ ਹੈ। ਜਿਵੇਂ ਕਿ ਪੰਚ ਹੈਗੇ ਨੇ, ਸਰਪੰਚ ਹੈਗੇ ਨੇ, ਜਿੰਨਾ ਚਿਰ ਉਹ ਰਾਜਸੀ ਪਾਰਟੀਆਂ ਤੋਂ ਨਿਕਲ ਕੇ ਇੱਕ ਪਿੰਡ ਪ੍ਰਤੀ ਸੋਚ ਰੱਖ ਕੇ ਨਹੀਂ ਆਪਣਾ ਪੰਚਾਇਤੀ ਰਾਜ ਚਲਾਉਂਦੇ, ਉਹਨਾਂ ਚਿਰ ਜਿਹੜਾ ਪਿੰਡਾਂ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਬਾਕੀ ਜੇ ਗੱਲ ਕਰੀਏ ਕੋਈ ਡੇਰਾਵਾਦ ਦੇ ਵਿੱਚ ਜਾਂਦਾ ਹੈਗਾ ਤਾਂ ਡੇਰਾਵਾਦ ਦੇ ਵਿੱਚ ਜੇ ਲੋਕ ਜਾਂਦੇ ਨੇ ਜਾਂ ਉਹਨਾਂ ਦੇ ਕੰਮ ਹੁੰਦੇ ਨੇ ਜਾਂ ਕੋਈ ਡੇਰਾਵਾਦ ਦਾ ਕੋਈ ਲੀਡਰ ਕਰਵਾ ਰਿਹਾ, ਡੇਰੇ ਦਾ ਕੋਈ ਸੰਚਾਲਕ ਜੇ ਕੋਈ ਕੰਮ ਕਰਵਾ ਰਿਹਾ ਆ, ਸੋ ਇਹਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਕਿ ਲੋਕ ਜਿਹੜੇ ਨੇ ਜੇ ਉਹਨਾਂ ਨਾਲ ਜੁੜਦੇ ਨੇ, ਉਹਦੇ ਵਿੱਚ ਪੋਲੀਟੀਕਲ ਪਾਰਟੀ ਕੁਛ ਵੀ ਨਹੀਂ ਕਰ ਸਕਦੀ ਹੈਗੀ। ਉਹਦੇ ਵਿੱਚ ਹੁਣ ਜੇ ਕੋਈ ਡੇਰੇ ਦੇ ਵਿੱਚ ਜਾ ਰਿਹਾ, ਤੁਸੀਂ ਕਿਸੇ ਨੂੰ ਜਬਰੀ ਰੋਕ ਨਹੀਂ ਸਕਦੇ। ਹਾਂਜੀ, ਪਰ ਜਿਹੜੇ ਆਪਣੇ ਹੁਣ ਜਿਹੜੇ ਜਥੇਦਾਰ ਜੀ ਹੈਗੇ ਨੇ ਸਾਡੇ ਅਕਾਲ ਤਖਤ ਦੇ, ਉਹਨਾਂ ਨੇ ਜਿਹੜੀ ਹੁਣ ਇੱਕ ਐਂਟੀ ਕਨਵਰਜਨ ਲਾਅ ਦੀ ਡਿਮਾਂਡ ਕੀਤੀ ਆ ਪੰਜਾਬ ਦੇ ਵਿੱਚ, ਉਹ ਇੱਕ ਸ਼ਲਾਘਾਯੋਗ ਹੈਗੀ ਹੈ ਕਿ ਐਟ ਦੀ ਐਂਡ ਸਾਡੇ ਜਥੇਦਾਰ ਸਾਹਿਬ ਜੀ ਨੇ ਇੱਕ ਚੀਜ਼ ਦਾ ਇਹ ਬਹੁਤ ਵਧੀਆ ਮੈਂ ਕਹਿੰਦਾ ਸਟੈਪ ਚੱਕਿਆ ਆ। ਤੇ ਮੈਂ ਜਿੱਥੇ ਤੱਕ ਐਜ਼ ਏ ਸਿੱਖ ਮੰਨਦਾ ਕਿ ਸਾਡੇ ਜੇ ਇਸ ਟਾਈਮ ਅਕਾਲ ਤਖਤ ਦੇ ਜਥੇਦਾਰ ਹੈਗੇ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਜਦੋਂ ਕੋਈ ਗੱਲ ਕਰਦੇ ਨੇ ਤਾਂ ਸਾਨੂੰ ਉਹਨਾਂ ਦੀ ਗੱਲ ਦੇ ਉੱਤੇ ਫੁੱਲ ਚੜਾਉਣੇ ਚਾਹੀਦੇ ਨੇ, ਕਿਉਂਕਿ ਉਹ ਇਸ ਟਾਈਮ ਸਾਡੇ ਜਿਹੜੀ ਸਿੱਖ ਕੌਮ ਦੇ ਨੇ ਉਹ ਸੁਪਰੀਮ ਲੀਡਰ ਹੈਗੇ ਨੇ। ਸੋ ਅਸੀਂ ਉਹਨਾਂ ਦੀ ਕਿਸੇ ਵੀ ਗੱਲ ਦੇ ਉੱਤੇ, ਮੈਨੂੰ ਨਹੀਂ ਲੱਗਦਾ ਆਪਣਾ ਇੱਕ ਪਰਸਨਲ ਤੌਰ ਦੇ ਉੱਤੇ, ਕਿ ਉਹਨਾਂ ਦੀ ਕਿਸੇ ਵੀ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਨਾ ਚਾਹੀਦਾ ਆ, ਤੇ ਨਾ ਹੀ ਅਸੀਂ ਉਹਨਾਂ ਦੇ ਉੱਤੇ ਕਰਨਾ ਚਾਹਾਂਗੇ। ਜਿੱਥੇ ਰਹੀ ਡੇਰੇਵਾਦ ਦੀ ਗੱਲ, ਡੇਰਾਵਾਦ ਅੱਜ ਤੋਂ ਨਹੀਂ ਚੱਲਿਆ ਆ ਰਿਹਾ, ਡੇਰਾਵਾਦ ਬਹੁਤ ਪੁਰਾਣਾ ਚੱਲਿਆ ਆ ਰਿਹਾ ਆ ਕਿ ਆਜ਼ਾਦੀ ਤੋਂ ਪਹਿਲਾਂ ਜਦੋਂ ਆਪਾਂ ਗੁਰਦੁਆਰੇ ਆਜ਼ਾਦ ਕਰਾਏ ਨੇ, ਉਹ ਵੀ ਡੇਰਾਵਾਦ ਦੇ ਚੁੰਗਲ ਚੋਂ ਹੀ ਆਜ਼ਾਦ ਕਰਾਏ ਸੀ। ਤੇ ਮੈਨੂੰ ਲੱਗਦਾ ਆ ਕਿ ਇਹ ਜਿਹੜੀਆਂ ਜ਼ਿੰਮੇਵਾਰੀਆਂ ਹੈਗੀਆਂ ਆ ਧਰਮ ਦੇ ਲਈ, ਜਿਹੜੀਆਂ ਜਿਵੇਂ ਕਿ SGPC ਹੈਗੀ ਹੈ, ਇਹ ਜ਼ਿੰਮੇਵਾਰੀਆਂ ਰਾਜਨੀਤਿਕ ਪਾਰਟੀਆਂ ਨਾਲੋਂ SGPC ਦੀ ਜ਼ਿਆਦਾ ਬਣਦੀ ਹੈ ਕਿ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਪ੍ਰਫੁੱਲਿਤ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ, ਸਿੱਖ ਧਰਮ ਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਵਧਾਇਆ ਜਾਵੇ। ਦੇਖੋ, ਸਭ ਤੋਂ ਪਹਿਲਾਂ ਤਾਂ ਜ਼ਰੂਰਤ ਹੈਗੀ ਪੰਜਾਬ ਦੇ ਵਿੱਚ ਜਿਹੜਾ ਯੂਥ ਹੈਗਾ ਉਹਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ। ਸਿੱਖ ਇਤਿਹਾਸ ਦਾ ਸਾਨੂੰ ਨਹੀਂ ਪੂਰੀ ਨੌਲੇਜ ਹੈਗੀ, ਗਾਂ ਜਿਹੜੇ ਸਾਡੇ ਬੱਚੇ ਹੈਗੇ ਨੇ ਉਹਨਾਂ ਨੂੰ ਵੀ ਇੰਨੀ ਨੌਲੇਜ ਨਹੀਂ ਹੋ ਰਹੀ ਜਿੰਨਾ ਚਿਰ ਅਸੀਂ ਨਹੀਂ ਸਿਖਾ ਰਹੇ ਉਹਨਾਂ ਨੂੰ। ਸੋ ਇਹ ਥੋੜਾ ਜਿਹਾ SGPC ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਸਾਡੇ ਸਿੱਖ ਇਤਿਹਾਸ ਨੂੰ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਪਹੁੰਚਾਉਣਾ ਚਾਹੀਦਾ ਆ। ਸਾਡੀਆਂ ਜਿਹੜੀਆਂ ਹੈਗੀਆਂ ਆ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਸਿੱਖਿਆ ਆ, ਉਹਦੇ ਕੋਈ ਜਿਵੇਂ ਕਿ ਜੇ ਕਿਸੇ ਨੇ ਆਪਣੇ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਪਾਠ ਸਿਖਾਉਣਾ ਹੋਵੇ ਤਾਂ ਉਹਨਾਂ ਨੂੰ ਨੇੜੇ ਤੇੜੇ ਕੋਈ ਗ੍ਰੰਥੀ ਨਹੀਂ ਲੱਭਦਾ ਕਿ ਜਿਹਦੇ ਕੋਲੋਂ ਆਪਣੇ ਬੱਚਿਆਂ ਨੂੰ ਸੰਥਿਆ ਦੇ ਸਕੇ। ਸੋ ਇਹ ਜਿਹੜੀਆਂ ਚੀਜ਼ਾਂ ਆ, ਇਹਨਾਂ ਨੂੰ ਜਿਹੜਾ SGPC ਨੂੰ ਛੋਟੀ ਕਰਨੀ ਚਾਹੀਦੀ ਹੈ ਕਿ ਜਿਵੇਂ ਕਿ SGPC ਦੀਆਂ ਵੋਟਾਂ ਹੁੰਦੀਆਂ, ਉਹਦੇ ਵਿੱਚ ਸਿੱਖਾਂ ਦੀਆਂ ਵੋਟਾਂ ਬਣਦੀਆਂ, ਐਟਲੀਸਟ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਤਾਂ ਲੋਕ ਆਪੇ ਡੇਰੇਵਾਦ ਤੋਂ ਪਿੱਛੇ ਹਟਣਗੇ। ਜਿਹਨੂੰ ਗੁਰਬਾਣੀ ਦਾ ਗਿਆਨ ਹੋ ਜਾਏਗਾ, ਜਿਹਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਹੋ ਜਾਏਗਾ, ਉਹ ਡੇਰੇਵਾਦ ਪਿੱਛੇ ਜਾਏਗਾ ਹੀ ਨਹੀਂ।
ਕਿਉਂਕਿ ਅਸੀਂ ਲੋਕ ਜਿਹੜੇ ਹੈਗੇ ਆ, ਸਾਨੂੰ ਉਸ ਚੀਜ਼ ਦਾ ਗਿਆਨ ਨਹੀਂ ਹੁੰਦਾ ਤਾਂ ਡੇਰੇਵਾਦਾਂ ਵੱਲ ਜਾਂਦੇ ਆ। ਤੇ ਜਿੱਥੇ ਰਹੀ ਦੇਸ਼ ਦੀ ਵਿਵਸਥਾ ਦੀ ਗੱਲ, ਉਹ ਰਾਜਸੀ ਪਾਰਟੀਆਂ ਜਿਹੜੀਆਂ ਹੈਗੀਆਂ ਆ, ਅਸੀਂ ਆਪਣਾ ਬਖੂਬੀ ਜਿਹੜਾ ਰੋਲ ਆ ਉਹ ਨਿਭਾਉਂਦੇ ਆ। ਹਾਂ, ਕਿਤੇ ਨਾ ਕਿਤੇ ਸਾਨੂੰ ਚੇਂਜਿਸ ਦੀ ਜ਼ਰੂਰਤ ਪੈਂਦੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਖੁਦ ਮੁਹਾਰੀ ਚੇਂਜ ਕਰਾ ਰਹੇ ਨੇ। ਸੋ ਤੁਸੀਂ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਦੇਖਿਆ, ਤੇ ਉਹਦੇ ਫਲਸਰੂਪ ਕੀ ਹੈਗਾ ਕਿ ਹਰ ਇੱਕ ਪਾਰਟੀ ਜਿਹੜੀ ਆ ਉਹ ਆਪਣੇ ਵਿੱਚ ਚੇਂਜਿਸ ਲੈ ਕੇ ਆ ਰਹੀ ਹੈ, ਆਪਣੇ ਆਪ ਨੂੰ ਘੋਖ ਰਹੀ ਹੈ ਕਿ ਵਧੀਆ ਲੀਡਰਸ ਅੱਗੇ ਲੈ ਕੇ ਆਏ ਜਾ ਰਹੇ ਆ। ਸੋ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੀ ਸਿਆਸਤ ਪੱਖੋਂ ਕਿ ਕਿਸੇ ਚੀਜ਼ ਦੀ ਕਮਜ਼ੋਰੀ ਰਹੇਗੀ। ਈਵਨ ਕਿ ਜੇ ਮੈਂ ਸਾਡੀ ਹੁਣ ਕਾਂਗਰਸ ਪਾਰਟੀ ਦੀ ਗੱਲ ਕਰਾਂ, ਸੋ ਬਹੁਤ ਸਾਰੇ ਯੰਗ ਚਿਹਰੇ ਇਦਾਂ ਦੇ ਨੇ ਜਿਨ੍ਹਾਂ ਨੂੰ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਕਿ ਸਾਡੇ ਹੁਣ ਪ੍ਰਧਾਨ ਰਾਜਾ ਵੜਿੰਗ ਜੀ ਨੇ, ਸੋ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਆ, ਉਹ ਪਾਰਟੀ ਨੂੰ ਗਰਾਊਂਡ ਲੈਵਲ ਤੋਂ ਮਜ਼ਬੂਤ ਕਰ ਰਹੇ ਨੇ। ਇਸੇ ਤਰ੍ਹਾਂ ਜਿਵੇਂ ਕਿ ਹੁਣ ਸਾਡੀ ਸ਼੍ਰੋਮਣੀ ਕਮੇਟੀ ਆ, ਇਹਨਾਂ ਨੂੰ ਵੀ ਚਾਹੀਦਾ ਕਿ ਸਿੱਖ ਧਰਮ ਨੂੰ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਤੋਂ ਮਜ਼ਬੂਤ ਕਰਨ ਦੀਆਂ ਕੁਝ ਤਰੀਕੇ ਲੱਭੇ ਜਾਣ। ਮੈਂ ਕਹਿੰਦਾ ਕਿ ਐਜ਼ ਏ ਸਿੱਖ, ਐਜ਼ ਏ ਕਾਂਗਰਸ ਪਰਸਨ, ਜੇ ਕੋਈ ਸ਼੍ਰੋਮਣੀ ਕਮੇਟੀ ਇੱਦਾਂ ਦੇ ਕਦਮ ਚੁੱਕੇਗੀ, ਸਾਡੇ ਏਰੀਏ ਦੇ ਵਿੱਚ ਚੁੱਕੇਗੀ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਚੁੱਕੇਗੀ, ਅਸੀਂ ਸਭ ਤੋਂ ਮੋਹਰੇ ਹੋ ਕੇ ਉਹਨਾਂ ਦਾ ਸਾਥ ਦੇਵਾਂਗੇ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਜਿੱਥੇ ਵੀ ਸਾਡੀ ਜ਼ਰੂਰਤ ਪੜੇਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ। ਹਾਂ, ਬਾਕੀ ਜਿਹੜੇ ਜੇ ਮਿਸ਼ਨਰੀਜ਼ ਦੀ ਗੱਲ ਕਰੀਏ, ਕ੍ਰਿਸਚੀਅਨ ਮਿਸ਼ਨਰੀਜ਼ ਦੀ, ਜਿਹੜੇ ਮੇਨ ਕ੍ਰਿਸਚੀਅਨ ਹੈਗੇ ਨੇ, ਜਿਵੇਂ ਕਿ ਮੀਟਿੰਗ 'ਚ ਵੀ ਉਹਨਾਂ ਨੇ ਵੀ ਕਿਹਾ ਆ ਕਿ ਉਹ ਜਿਹੜੇ ਮਿਸ਼ਨਰੀ ਹੈਗੇ ਨੇ ਉਹ ਉਹਨਾਂ ਦੀ ਜਿਹੜੀ ਜਾਦੂਈ ਤਾਕਤ ਆ ਉਹਨੂੰ ਰੈਕੋਗਨਾਈਜ਼ ਨਹੀਂ ਕਰਦੇ। ਜੇ ਇਹਨਾਂ ਨੂੰ ਕ੍ਰਿਸਚੀਅਨ ਜਿਹੜੇ ਮਿਸ਼ਨਰੀ ਆ, ਮੈਂ ਤਾਂ ਇਹਨਾਂ ਨੂੰ ਇੱਕ ਸਵਾਲ ਮਿਸ਼ਨਰੀਆਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਇੱਕ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਦੀ ਨਿਊ ਇੰਡੀਅਨ ਐਕਸਪ੍ਰੈਸ 'ਚ ਪਬਲਿਸ਼ ਹੋਈ ਸੀ 6 ਤਰੀਕ ਨੂੰ 2021 ਨੂੰ, 6 ਮਈ 2021 ਨੂੰ, ਕਿ 10 ਪਾਸਟਰ ਜਿਹੜੇ ਨੇ ਉਹ ਕੋਵਿਡ ਕਰਕੇ ਉਹਨਾਂ ਦੀ ਡੈਥ ਹੋ ਗਈ। ਕਿ ਕੋਵਿਡ ਕਿਉਂਕਿ ਉਹਨਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ, ਉਹਨਾਂ ਨੇ ਪ੍ਰੋਪਰ ਕੋਵਿਡ ਦੀਆਂ ਪ੍ਰੀਕਾਸ਼ਨਸ ਨਹੀਂ ਲਈਆਂ ਹੋਈਆਂ ਸੀ, ਉਹ ਕਰੋਨਾ ਦੇ ਨਾਲ ਉਹਨਾਂ ਦੀ ਡੈਥ ਹੋ ਗਈ। ਤਾਂ ਜੇ ਇਹਨਾਂ ਦੇ ਜਾਦੂ ਟੂਣੇ ਇੰਨੇ ਹੀ ਤਾਕਤਵਰ ਹੁੰਦੇ ਤਾਂ ਇਹਨਾਂ ਨੇ ਆਪਣੇ 10 ਪਾਸਟਰ ਕਿਉਂ ਨਹੀਂ ਵਿਚਾਰੇ। ਸੋ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਆ, ਸਾਡੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ, ਇਹ ਨੈਤਿਕ ਜ਼ਿੰਮੇਵਾਰੀ ਬਣਦੀ, ਜੇ ਕੋਈ ਇਦਾਂ ਦਾ ਗਲਤ ਕੰਮ ਹੋ ਰਿਹਾ ਆ ਉਹਦੇ ਉੱਤੇ ਨੱਥ ਪਾਈ ਜਾਵੇ ਤੇ ਉਹਦੇ ਜਿਹੜਾ ਹੈਗਾ ਆ ਕਿ ਜਿਹੜੀ ਸਾਡੀ ਲੋਕ ਆ, ਲੋਕਾਂ ਨੂੰ ਇੱਕ ਸੁਚੱਜਾ ਰਾਜ ਦਿੱਤਾ ਜਾਵੇ, ਇੱਕ ਸੁਚੱਜੀ ਡੈਮੋਕ੍ਰੇਸੀ ਦਿੱਤੀ ਜਾਵੇ ਤੇ ਇੱਕ ਸੁਚੱਜਾ ਜਿਹੜਾ ਲਾਅ ਐਂਡ ਆਰਡਰ ਜਿਹੜਾ ਆ ਉਹਨੂੰ ਸਥਾਪਿਤ ਕੀਤਾ ਜਾਵੇ। ਜੀ, ਸ਼ੁਕਰੀਆ ਜੀ। ਸੱਜਣ ਸਿੰਘ ਜੀ, ਅਸੀਂ ਗੱਲ ਕੀਤੀ ਹੈ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ, ਰਾਜਨੀਤਿਕ ਪਾਰਟੀਆਂ ਨੂੰ ਕੀ ਕਰਨਾ ਚਾਹੀਦਾ, ਸਿਆਸੀ ਆਗੂਆਂ ਨੂੰ ਕੀ ਕਰਨਾ ਚਾਹੀਦਾ ਤੇ ਧਾਰਮਿਕ ਆਗੂਆਂ ਨੂੰ ਕੀ ਕਰਨਾ ਚਾਹੀਦਾ। ਅਸੀਂ ਸਭ ਦੀ ਡਿਸਕਸ਼ਨ ਕੀਤੀ ਹੈ, ਪਰ ਆਮ ਲੋਕ ਜਿਹੜੇ ਇਸ ਤੋਂ ਪੀੜਿਤ ਨੇ ਉਹਨਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਲੋਕਾਂ ਨੂੰ ਆਪਦੀ ਮਾਨਸਿਕ ਪੱਧਰ ਨੂੰ ਬਚਾਉਣ ਵਾਸਤੇ, ਆਪਦੀ ਸੋਚ ਨੂੰ ਬਚਾਉਣ ਵਾਸਤੇ, ਆਪਦੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਕੀ ਕਰਨਾ ਚਾਹੀਦਾ? ਕਿਉਂਕਿ ਸਿਰਫ ਕਿਸੇ ਇੱਕ ਧਰਮ ਵਿਸ਼ੇਸ਼ ਦੀ ਗੱਲ ਨਹੀਂ ਹੈ, ਸਿੱਖ ਧਰਮ ਦੀ ਗੱਲ ਨਹੀਂ ਹੈ, ਹਿੰਦੂ ਧਰਮ ਦੀ ਗੱਲ ਨਹੀਂ ਹੈ, ਕ੍ਰਿਸਚਨ ਧਰਮ ਦੀ ਗੱਲ ਨਹੀਂ ਹੈ। ਇਹ ਗੱਲ ਹੈ ਇੱਕ ਮਾਨਸਿਕਤਾ ਦੀ ਜਿਹੜੀ ਇਨਸਾਨੀਅਤ ਨੂੰ ਖ਼ਤਮ ਕਰ ਰਹੀ ਹੈ ਤੇ ਪਖੰਡਵਾਦ, ਵਹਿਮਾਂ ਭਰਮਾਂ ਦੇ ਵਿੱਚ ਪਾ ਰਹੀ ਹੈ ਤੇ ਉਹਨਾਂ ਨੂੰ ਆਪਣੇ ਹੀ ਵਜੂਦ ਤੋਂ ਦੂਰ ਕਰ ਰਹੀ ਹੈ। ਦੇਖੋ, ਮੈਨੂੰ ਥੋੜ੍ਹੀ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ। ਇਨਸਾਨ ਨੂੰ ਇੱਕ ਪੈਦਾ ਹੁੰਦਿਆਂ ਹੀ ਪੇਟ ਲੱਗਿਆ ਹੋਇਆ, ਜਦੋਂ ਭੁੱਖ ਲੱਗਦੀ ਹੈ ਇਨਸਾਨ ਨੂੰ, ਉਹ ਰਸਤਾ ਲੱਭਦਾ ਕਿ ਮੈਨੂੰ ਰੋਟੀ ਕਿੱਥੋਂ ਮਿਲੇ ਜੀ, ਜਾਂ ਮੈਨੂੰ ਰੋਟੀ, ਜਾਂ ਮੈਨੂੰ ਦੁੱਧ, ਜਾਂ ਮੈਨੂੰ ਪਾਣੀ ਮੈਨੂੰ ਪ੍ਰੋਪਰ ਮਿਲੇ। ਉਸ ਤੋਂ ਬਾਅਦ ਜਦੋਂ ਉਹਦੀ ਸ਼ੁਰੂਆਤ ਹੁੰਦੀ ਹੈ ਉਹ ਤੁਰਨ ਲੱਗਦਾ, ਬੱਚਾ ਹੈ ਇੱਕ ਬੱਚਾ ਜਿਹੜਾ ਤੁਰਨ ਲੱਗਦਾ ਹੈ। ਇੱਕ ਬੱਚਾ ਤਾਂ ਜਾਂਦਾ ਆਰਡੀਨਰੀ ਸਕੂਲ ਦੇ ਵਿੱਚ ਜੀ, ਇੱਕ ਬੱਚਾ ਜਨਮ ਤੋਂ ਪਹਿਲਾਂ ਹੀ ਨੋਟ ਕਰਵਾ ਕੇ ਆਉਂਦਾ ਕਿ ਮੈਂ ਡੂਨ ਸਕੂਲ 'ਚ ਜਾਣਾ ਜਾਂ ਮੈਂ ਕਿਸ ਇਹੋ ਜਿਹੀ ਜਗ੍ਹਾ 'ਤੇ ਜਾਣਾ ਜੀ। ਜਦੋਂ ਇਹ ਵਿਤਕਰੇ ਸਟਾਰਟਿੰਗ ਤੋਂ ਸ਼ੁਰੂ ਹੁੰਦੇ ਨੇ, ਸਾਡੀ ਆਰਥਿਕਤਾ ਦੇ ਨਾਲ, ਸਮਾਜਿਕ ਕੰਡੀਸ਼ਨ ਦੇ ਨਾਲ ਜੁੜੇ ਹੋਏ ਇਹ ਮੁੱਦੇ ਜਿਹੜੇ ਨੇ, ਮੈਂ ਕਈ ਵਾਰ ਅਕਸਰ ਇਹ ਗੱਲ ਕਰ ਚੁੱਕਿਆ ਇਸ ਮੁੱਦੇ ਦੇ ਉੱਤੇ ਵੀ ਜੇ ਦੇਸ਼ ਨੂੰ ਬਦਲਣਾ, ਸਭ ਤੋਂ ਪਹਿਲਾਂ ਇੱਕ 10th ਤੱਕ ਬਰਾਬਰ ਦੀ ਇੱਕੋ ਜਿਹੀ ਮਿਆਰੀ ਐਜੂਕੇਸ਼ਨ ਹਰ ਬੱਚੇ ਨੂੰ ਮਿਲੇ, ਜਨਮ ਸਿੱਧ ਅਧਿਕਾਰ ਮਿਲੇ ਜੀ। ਉਹਨੂੰ ਮੇਰੇ ਦੇਸ਼ ਦੇ ਸੰਵਿਧਾਨ ਬਾਰੇ ਵੀ ਪਤਾ ਲੱਗੇ, ਉਹਨੂੰ ਮੇਰੇ ਦੇਸ਼ ਦੀਆਂ ਜਿਹੜੀਆਂ ਭੂਗੋਲਿਕ ਪ੍ਰਸਥਿਤੀਆਂ ਨੇ ਉਹਨਾਂ ਬਾਰੇ ਵੀ ਪਤਾ ਲੱਗੇ, ਉਸ ਨੂੰ ਦੇਸ਼ ਦੀ ਆਰਥਿਕਤਾ ਬਾਰੇ ਵੀ ਪਤਾ ਲੱਗੇ, ਔਰ ਉਸ ਨੂੰ ਦੇਸ਼ ਦੇ ਧਰਮਾਂ ਦੀ ਵੀ ਸਟੱਡੀ ਕਰਾਈ ਜਾਵੇ।
ਉਸ ਨੂੰ ਇਹ ਪਤਾ ਲੱਗੇ ਕਿ ਕਿਹੜੇ ਕਿਹੜੇ ਧਰਮ ਕੀ ਵੈਸੇ ਕੋਈ ਵੀ ਧਰਮ ਚੁੱਕ ਲਓ, ਕੋਈ ਵੀ ਕਿਤੇ ਵੀ ਉਹ ਕਿਤੇ ਨਹੀਂ ਲਿਖਿਆ ਹੋਇਆ ਕਿ ਉਹ ਦੂਸਰੇ ਧਰਮ ਦਾ ਵਿਰੋਧ ਕਰਦਾ ਹੈ ਜੀ, ਲੇਕਿਨ ਪ੍ਰਸਥਿਤੀਆਂ ਬਿਲਕੁਲ ਉਲਟ ਨੇ। ਜੋ ਸਮਾਜ ਵਿੱਚ ਵਾਪਰ ਰਿਹਾ ਉਹ ਇਸ ਤੋਂ ਬਿਲਕੁਲ ਉਲਟ ਵਾਪਰ ਰਿਹਾ। ਸੋ ਉਹ ਜਿਹੜਾ ਵਿਤਕਰਾ ਹੈ ਸਟਾਰਟਿੰਗ ਤੋਂ ਸ਼ੁਰੂ ਹੋ ਜਾਂਦਾ, ਉਹ ਕਿਤੇ ਨਾ ਕਿਤੇ ਸਾਨੂੰ ਇਹਨਾਂ ਕੁਰੀਤੀਆਂ ਵੱਲ ਨੂੰ ਧੱਕਦਾ ਹੈ ਜੀ, ਸਹਾਰਾ ਲੈਂਦਾ। ਉਹ ਕਿਸੇ ਡੇਰੇ ਦਾ ਸਹਾਰਾ ਲੈਂਦਾ, ਕਿਸੇ ਧਾਗੇ ਤਵੀਤ ਵਾਲੇ ਦਾ ਸਹਾਰਾ ਲੈਂਦਾ, ਕਿਸੇ ਤੰਤਰਿਕ ਦਾ ਸਹਾਰਾ ਲੈਂਦਾ। ਕਿਤੇ ਨਾ ਕਿਤੇ ਜਾ ਕੇ ਉਹਨੂੰ ਇੱਦਾਂ ਲੱਗਦਾ ਜਿਹੜਾ ਵੀ ਉਹਨੂੰ ਭਰਮਾ ਲੈਂਦਾ ਉਹਦੇ ਵੱਲ ਜਾ ਕੇ ਉਹ ਖਿੱਚਿਆ ਜਾਂਦਾ ਜੀ। ਸਾਡੇ ਸਮਾਜ ਦੇ ਵਿੱਚ ਜੇ ਮੈਂ ਇੱਕ ਪਹਿਲਾਂ ਜ਼ਿਕਰ ਕੀਤਾ ਸੀਗਾ, ਮੈਂ ਉਸ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਅਸੀਂ ਤਾਂ ਅਜੇ ਤੱਕ ਪਿੰਡ ਦੇ ਸ਼ਮਸ਼ਾਨ ਘਾਟ ਵੀ ਸਾਂਝੇ ਨਹੀਂ ਬਣਾ ਸਕੇ। ਵਿਤਕਰਾ ਸਾਡਾ ਇੱਥੇ ਖੜਾ ਹੈ ਜੀ। ਜਾਤਾਂ ਦੇ ਨਾਂ ਤੇ ਪਿੰਡਾਂ 'ਚ ਗੁਰਦੁਆਰੇ ਬਣ ਰਹੇ ਨੇ। ਮੇਰੇ ਦੇਖਦਿਆਂ ਹੀ ਮੈਂ ਕਹਿੰਦਾ ਵੀ ਜਿਸ ਪਿੰਡ 'ਚ ਇੱਕ ਗੁਰਦੁਆਰਾ ਸੀ ਉੱਥੇ 2 ਬਣ ਗਏ, ਜਿੱਥੇ 2 ਸੀ ਉੱਥੇ 4 ਬਣ ਗਏ ਜੀ। ਇਹਨੂੰ ਕਿਉਂ ਨਾ ਵਿਚਾਰਿਆ ਜਾਵੇ? ਫਿਰ ਲੋਕ ਉਹਨਾਂ ਸਾਰੇ ਗੁਰਦੁਆਰਿਆਂ ਦੇ ਹੋਣ ਦੇ ਬਾਵਜੂਦ ਵੀ ਕਿਤੇ ਹੋਰ ਭੱਜ ਰਹੇ ਨੇ। ਉਹ ਕਿਉਂ ਗਏ ਨੇ? ਸਾਡੇ ਵਿੱਚੋਂ ਹੀ ਨਿਕਲ ਕੇ ਲੋਕ ਉਹ ਵੱਖ-ਵੱਖ ਡੇਰਿਆਂ ਦਾ ਸਹਾਰਾ ਲੈ ਰਹੇ ਨੇ। ਔਰ ਇਦਾਂ ਦੇ ਵੀ ਲੋਕ ਨੇ ਕਿ ਜਿਹੜੇ ਇੱਕ ਨਹੀਂ, ਇੱਕ ਤੋਂ ਜ਼ਿਆਦਾ ਕਈ ਡੇਰਿਆਂ ਦੇ ਜਾਂਦੇ ਨੇ ਜੀ। ਉਹ ਲੱਭ ਰਹੇ ਨੇ ਕਿ ਮੈਨੂੰ ਸ਼ਾਂਤੀ ਕਿੱਥੇ ਮਿਲੇ, ਮੇਰੇ ਮਸਲੇ ਕਿੱਥੇ ਹੱਲ ਹੋਣ ਜੀ। ਮਸਲੇ ਸਾਡੇ ਸਮਾਜਿਕ ਆਰਥਿਕ ਸਥਿਤੀਆਂ ਦੇ ਨਾਲ ਜੁੜੇ ਹੋਏ ਨੇ। ਮੈਂ ਇਸ ਚੀਜ਼ 'ਤੇ ਬਾਰ-ਬਾਰ ਜ਼ੋਰ ਦੇ ਰਿਹਾ, ਸਾਨੂੰ ਸਮਝਣਾ ਚਾਹੀਦਾ ਕਿ ਅਸੀਂ ਪਿੰਡ ਦੇ ਵਿੱਚ ਲੋਕਾਂ ਦਾ ਜਿਹੜਾ ਭਾਈਚਾਰਾ ਹੈ ਉਹਨੂੰ ਬਣਾਉਣ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਾਈਏ। ਰਾਜਨੀਤੀ ਕਰ ਲਓ, ਪਿੰਡਾਂ ਤੋਂ ਬਾਹਰ ਕਰ ਲਓ। ਪਹਿਲਾਂ ਜਿਸ ਵੇਲੇ ਅਸੀਂ ਯੂਥ ਦੇ ਵਿੱਚ ਸੀਗੇ ਉਸ ਵੇਲੇ ਪਿੰਡ ਦੇ ਸਿਆਣੇ ਲੋਕ, ਪਿੰਡ ਦੇ ਬਹੁਤ ਮੈਚੁਰ ਲੋਕ ਬਹੁਤ ਸਾਂਝੇ ਕੰਮ ਕਰਦੇ ਸਨ। ਇੱਕ ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਗਿਣੀ ਜਾਂਦੀ ਸੀ ਜੀ। ਐਜੂਕੇਸ਼ਨ ਦੇ ਵਿੱਚ ਲੋਕਾਂ ਦਾ ਇੱਕ ਪ੍ਰਤੀ ਵਤੀਰਾ ਹੁੰਦਾ ਸੀ। ਉਹ ਜੀ। ਭਾਈਵਾਲਤਾ, ਉਹ ਸਾਂਝੀਵਾਲਤਾ ਸਾਡੀ ਕਿਉਂ ਟੁੱਟੀ? ਅੱਜ ਉਹ ਮਤਲਬ ਕੁਰੀਤੀਆਂ ਇੰਨੀਆਂ ਵੱਧ ਗਈਆਂ ਕਿ ਵਾਕਈ ਧਰਮ ਨੂੰ ਮਤਲਬ ਇਸ ਤਰ੍ਹਾਂ ਖਿੱਚਿਆ ਜਾ ਰਿਹਾ ਹੈ ਕਈ ਪਾਸਿਆਂ ਤੋਂ। ਜੀ। ਇਹ ਖਤਰੇ ਦੀ ਨਿਸ਼ਾਨੀ ਹੈ। ਇਹਦੇ ਨਾਲ ਜਿਹੜੀ ਇਨਸਾਨੀਅਤ ਹੈ ਉਹ ਲੀਰੋ ਲੀਰ ਹੋ ਰਹੀ ਹੈ। ਸੋ ਇਹ ਗੰਭੀਰ ਕਰਕੇ ਜਿਵੇਂ ਮੈਂ ਫਿਰ ਕਹਾਂਗਾ ਕਿ ਅਸੀਂ ਸਿੱਖ ਇਤਿਹਾਸ ਤੋਂ ਬਹੁਤ ਕੁਝ ਸਾਨੂੰ ਸਿੱਖਣ ਦੀ ਜ਼ਰੂਰਤ ਹੈ। ਸਾਨੂੰ ਬਾਬੇ ਨਾਨਕ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਅਸੀਂ ਚੱਲੀਏ ਤਾਂ ਸਹੀ, ਕਿਤੇ ਰਹਿਤ ਮਰਿਆਦਾ ਜਿਹੜੀ SGPC ਨੇ ਜਾਰੀ ਕੀਤੀ ਹੋਈ ਉਹਨੂੰ ਪੜ੍ਹ ਕੇ ਤਾਂ ਦੇਖੀਏ। ਉਹਨਾਂ ਦੇ ਮੁਤਾਬਕ ਤਾਂ ਕਿ ਜੇ ਇੱਕ ਸਿੱਖ ਦੂਜੇ ਸਿੱਖ ਦੀ ਜਾਤ ਪੁੱਛੇ ਉਹ ਸਿੱਖ ਹੀ ਨਹੀਂ ਹੈ ਜੀ। ਅਸੀਂ ਕਿੰਨੇ ਕੁ ਲੋਕ ਹਾਂ ਜਿਹੜੇ ਦੂਜੇ ਦੀ ਜਾਤ ਨਹੀਂ ਪੁੱਛਦੇ। ਜਦੋਂ ਅਸੀਂ ਜਾਤ ਪੁੱਛ ਕੇ ਉਸ ਕਿਸੇ ਨੂੰ ਖਾਸ ਕਰਕੇ ਲਤਾੜੇ ਹੋਏ ਵਰਗਾਂ ਦੇ ਵਿੱਚ ਇਸ ਵੇਲੇ ਅਸੀਂ ਟੌਰਚਰ ਕਰਦੇ ਹਾਂ, ਉਹਨਾਂ ਦੀ ਪੋਜੀਸ਼ਨ ਐਸੀ ਬਣਾ ਦਿੰਦੇ ਹਾਂ ਕਿ ਉਹ ਭੱਜਦਾ ਨਹੀਂ, ਯਾਰੋ ਮੇਰੇ ਲਈ ਇੱਥੇ ਜਗ੍ਹਾ ਨਹੀਂ ਹੈ, ਮੈਂ ਕਿਤੇ ਹੋਰ ਆਸਰਾ ਲੱਭਾਂ। ਉਹ ਲੋਕ ਅੱਜ ਬਹੁਤ ਨੇ ਮਾਰਕੀਟ ਦੇ ਵਿੱਚ ਜਿਹੜੇ ਇੱਦਾਂ ਦੇ ਭੋਲੇ ਭਾਲੇ ਲੋਕਾਂ ਨੂੰ, ਤੜਫੇ ਹੋਏ ਲੋਕਾਂ ਦੀ ਬਾਹ ਫੜਨ ਨੂੰ ਆਪਣੇ ਮਫਾਦ ਦੇ ਲਈ, ਉਹਨਾਂ ਦੇ ਲਈ ਨਹੀਂ, ਆਪਣੇ ਮਫਾਦ ਦੇ ਲਈ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਨੇ। ਜੀ ਬਿਲਕੁਲ, ਸ਼ੁਕਰੀਆ ਸਰ। ਪੰਜਾਬ ਦੇ ਵਿੱਚ ਸਿਰਫ ਧਰਮ ਦਾ ਮਸਲਾ ਨਹੀਂ ਹੈ, ਮਸਲਾ ਹੈ ਇਨਸਾਨੀਅਤ ਦਾ। ਜਿੱਥੇ ਗੱਲ ਹੁੰਦੀ ਹੈ, ਅਸੀਂ ਗੱਲ ਕਰਦੇ ਹਾਂ ਵਿਆਹ ਸ਼ਾਦੀ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਦੀ, ਉੱਥੋਂ ਤੱਕ ਸਾਡੇ ਜਾਤੀਵਾਦ ਨੇ ਸਾਨੂੰ ਜਕੜਿਆ ਹੋਇਆ, ਸਾਡੀਆਂ ਅਲੱਗ-ਅਲੱਗ ਵਰਗਾਂ ਨੇ ਸਾਨੂੰ ਜਕੜਿਆ ਹੋਇਆ, ਅਤੇ ਇਹਦੇ ਵਿੱਚ ਪਖੰਡਵਾਦ ਅਤੇ ਡੇਰਾਵਾਦ ਉਹਨੇ ਸਾਡੀ ਮਾਨਸਿਕਤਾ ਨੂੰ ਇੰਨਾ ਪਿਛਾਂਹ ਕੀਤਾ ਕਿ ਅੱਜ ਅਸੀਂ ਇਸ ਹਾਲਾਤ 'ਤੇ ਹਾਂ ਕਿ ਸਾਨੂੰ ਧਰਮ ਇੱਕ ਬਹੁਤ ਅਜੀਬ ਚੀਜ਼ ਬਣ ਕੇ ਸਾਡੇ ਸਾਹਮਣੇ ਆਈ ਹੈ। ਧਰਮ ਨਿੱਜੀ ਵਿਸ਼ਾ ਹੋਣਾ ਚਾਹੀਦਾ, ਧਰਮ ਸਾਡੇ ਸਮਾਜਿਕ ਮਸਲੇ ਨਹੀਂ ਹੱਲ ਕਰਦਾ, ਧਰਮ ਸਾਨੂੰ ਰੋਟੀ ਕਿੱਥੋਂ ਮਿਲਣੀ ਹੈ, ਕਰੀਅਰ ਕਿਵੇਂ ਹੋਣਾ, ਬੱਚੇ ਦੀ ਪੜ੍ਹਾਈ ਕਿਵੇਂ ਹੋਣੀ ਹੈ, ਇਹ ਧਰਮ ਡਿਸਾਈਡ ਨਹੀਂ ਕਰਦਾ। ਉਹ ਸਾਡੀ ਸੁਸਾਇਟੀ ਨੂੰ ਆਪਸ ਦੇ ਵਿੱਚ ਸਾਡੇ ਮਸਲੇ ਸੁਲਝਾਉਣੇ ਪੈਣੇ ਆ। ਸਾਡੇ ਸਮਾਜ ਨੂੰ, ਸਾਡੇ ਜੇ ਗਵਾਂਢ ਦੇ ਵਿੱਚ ਕੋਈ ਗਰੀਬ ਹੈ, ਜੇ ਕਿਸੇ ਨੂੰ ਹਸਪਤਾਲ ਦੇ ਲਈ ਪੈਸੇ ਚਾਹੀਦੇ ਆ, ਜੇ ਕਿਸੇ ਨੂੰ ਸਿੱਖਿਆ ਦੇ ਲਈ ਫੀਸ ਚਾਹੀਦੀ ਹੈ, ਤਾਂ ਸਾਡੀ ਸੁਸਾਇਟੀ ਨੂੰ ਜ਼ਿੰਮੇਵਾਰੀ ਸਮਝ ਕੇ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਹੈ, ਇੱਕ ਦੂਜੇ ਨੂੰ ਕੰਮ ਦੇਣਾ ਚਾਹੀਦਾ, ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ। ਅਤੇ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਪੰਜਾਬ ਦੇ ਲਈ, ਕਿਉਂਕਿ ਇਹ ਸਿਰਫ ਇੱਕ ਧਰਮ ਦੀ ਗੱਲ ਨਹੀਂ ਹੈ, ਇਹ ਪੂਰੇ ਪੰਜਾਬ ਦੀ ਗੱਲ ਹੈ, ਇਨਸਾਨੀਅਤ ਦੀ ਗੱਲ ਹੈ, ਪੂਰੀ ਦੁਨੀਆ ਦੀ ਗੱਲ ਹੈ। ਅਤੇ ਇਸੇ ਤਰ੍ਹਾਂ ਹੋਰ ਵੀ ਡਿਸਕਸ਼ਨਸ ਕਰਾਂਗੇ।
ਪ੍ਰੋਗਰਾਮ ਹੋਰ ਵੀ ਲੈ ਕੇ ਆਉਂਦੇ ਰਵਾਂਗੇ, ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰਦੇ ਰਵਾਂਗੇ, ਜਾਣਦੇ ਰਵਾਂਗੇ ਪੰਜਾਬ ਦਾ ਹਾਲ। ਤੁਸੀਂ ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।